ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਬੁੱਧਵਾਰ ਦਾ ਦਿਨ ਮੇਰੇ ਨਾਲ ਬਲਵੀਰ ਕੌਰ ਢਿੱਲੋਂ ਹਮੇਸ਼ਾ ਹੁੰਦੇ ਆ, ਪਰ ਸਾਡਾ ਇੱਕ ਖਾਸ ਸ਼ੋਅ ਸੀ ਜਿਸ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਸੀ। ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਹੈਗਾ ਆ ਉਹਦੇ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿ ਹਰ ਇੱਕ ਪਲ ਹਰ ਇੱਕ ਮੂਵਮੈਂਟ ਦੇ ਉੱਤੇ ਜਿਹੜੀ ਨਿਗਾਹ ਰੱਖੀ ਜਾ ਰਹੀ ਆ। ਸੋ ਆਪਣਾ ਫਰਜ਼ ਸਮਝਦੇ ਹੋਏ ਬਹੁਤ ਹੀ ਜ਼ਰੂਰੀ ਸ਼ੋਅ ਤੁਹਾਡੇ ਤੱਕ ਲੈ ਕੇ ਆਉਣਾ ਸੀ। ਸੋ ਅੱਜ ਫਿਰ ਮੇਰਾ ਸਾਥ ਦੇਣ ਦੇ ਲਈ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ। ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਸ ਤੋਂ ਬਾਅਦ ਇੱਕ ਖਾਸ ਅਹਿਮ ਗੱਲਬਾਤ ਹੋਵੇਗੀ। ਸੋ ਇੱਕ ਪਲ ਦੇ ਲਈ ਵੀ ਅੱਜ ਅੱਖ ਨਾ ਝਪਕਿਓ, ਕਿਉਂਕਿ ਬਹੁਤ ਇਹੋ ਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਨ੍ਹਾਂ ਤੇ ਵਾਕਿਆ ਹੀ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਆ। ਸੋ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅੱਜ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਬੁਲਾਉਣ ਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ। ਥੈਂਕ ਯੂ ਜੀ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਕੁਲਦੀਪ ਸਿੰਘ ਜੀ, ਕਿਸਾਨਾਂ ਦੇ ਮੋਰਚੇ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਨਵਾਂ ਜਿਹੜਾ ਨਿਕਲਿਆ ਰਹਿੰਦਾ ਹੈਗਾ, ਕਿਉਂਕਿ ਇੱਕ ਪਾਸੇ ਸਰਕਾਰ ਜਿੱਦ ਕਰਕੇ ਬੈਠੀ ਹੈ ਕਿ ਬਿੱਲ ਵਾਪਸ ਨਹੀਂ ਲੈਣੇ ਜੀ। ਸੋ ਆਏ ਦਿਨ ਮਿੱਠੀਆਂ ਗੋਲੀਆਂ ਲੋਲੀਪੌਪ ਦੇ ਕੇ ਤੋਰਿਆ ਜਾ ਰਿਹਾ ਤੇ ਦੂਜੇ ਪਾਸੇ ਵਿਦੇਸ਼ਾਂ 'ਚ ਬੈਠੇ NRI ਜਿਹੜੇ ਆ ਉਹਨਾਂ ਦਾ ਵੀ ਖੂਨ ਖੋਲ ਲਿਆ ਕਿ ਆਖਰ ਸਾਡੀ ਧਰਤੀ ਤੇ ਹੋ ਕੀ ਰਿਹਾ। ਬਿਲਕੁਲ। ਸੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉੱਠੀ ਆ ਤੇ ਦੂਜੇ ਪਾਸੇ USA ਦੇ ਵਿੱਚ ਤਾਂ ਆਵਾਜ਼ ਛੱਡੋ ਤੇ ਉਹਨਾਂ ਨੇ ਤੇ ਉਹਦੇ 'ਚ ਜੋ ਕੁਝ ਹੋਇਆ ਉਹਦੀ ਗੱਲਬਾਤ ਆਪਾਂ ਕਰਦੇ ਹਾਂ, ਕਿਉਂਕਿ ਕੱਲ ਤੁਸੀਂ ਇੱਕ ਜ਼ਿਕਰ ਕੀਤਾ ਸੀ ਜੀ ਕਿ ਕੁਝ ਗੋ ਫੰਡ ਕਰਕੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਕਿਸਾਨਾਂ ਦੇ ਨਾਮ ਦੇ ਉੱਤੇ। ਮੇਰੀ ਅਮਰੀਕਾ ਦੇ ਵਿੱਚ ਕਿਸੇ ਨੌਜਵਾਨ ਨਾਲ ਗੱਲਬਾਤ ਹੋ ਰਹੀ ਸੀ। ਬਹੁਤ ਇੱਕ ਐਸੀ ਸ਼ਖਸੀਅਤ ਜਿਹਨੇ, ਕਿਉਂਕਿ ਬਾਹਰ ਵਿਦੇਸ਼ਾਂ ਜਦੋਂ ਅਸੀਂ ਆਉਂਦੇ ਹਾਂ ਹਰੇਕ ਦਾ ਯਤਨ ਹੁੰਦਾ ਕਿ ਮੈਂ ਚੰਗਾ ਕਾਰੋਬਾਰ ਕਰਾਂ, ਚੰਗਾ ਘਰ ਬਣਾਵਾਂ ਤੇ ਦੁਨੀਆ 'ਚ ਪਤਾ ਲੱਗੇ, ਪਰ ਜਿਹੜੀ ਸ਼ਖਸੀਅਤ ਨਾਲ ਅੱਜ ਮੁਲਾਕਾਤ ਕਰਾਉਣ ਜਾ ਰਹੇ ਹਾਂ ਉਹਨਾਂ ਨੇ ਨਾ ਤਾਂ ਆਪਣੇ ਘਰ ਬਾਰੇ ਸੋਚਿਆ, ਨਾ ਆਪਣੇ ਵਪਾਰ ਬਾਰੇ ਸੋਚਿਆ, ਬਲਕਿ ਆਪਣੀ ਕਮਿਊਨਿਟੀ ਬਾਰੇ, ਆਪਣੀ ਕੌਮ ਬਾਰੇ ਤੇ ਆਪਣੇ ਵਤਨ ਬਾਰੇ, ਜਿਸ ਵਤਨ ਦੇ ਵਿੱਚ ਪੈਦਾ ਹੋਇਆ ਉਹਦੇ ਬਾਰੇ ਸੋਚਿਆ। ਉਹਦੀ ਗੱਲਬਾਤ ਅੱਜ ਵਿਸ਼ੇਸ਼ ਕਰਾਂਗੇ। ਉਸ ਤੋਂ ਪਹਿਲਾਂ ਇਹ ਦੱਸ ਦਈਏ ਵੀ ਸਾਡੇ ਬਹੁਤ ਲੋਕ ਨੇ ਜਿਹੜੇ ਵਿਦੇਸ਼ੀ। ਅਰਵਿੰਦਰ ਸਿੰਘ ਰਵੀ ਖਾਲਸਾ ਏਡ ਵਾਲਿਆਂ ਨੇ ਵਾਧੂ ਭੰਡਾਰ ਲਾ ਦਿੱਤੇ ਮਾਇਆ ਦੇ, ਕਹਿੰਦੇ ਜਿੰਨਾ ਮਦਦ ਦੀ ਲੋੜ ਹੈ ਕਰੋ। ਕੁਲਵੰਤ ਸਿੰਘ ਧਾਲੀਵਾਲ ਇੰਗਲੈਂਡ ਵਾਲਿਆਂ ਨੇ ਬੱਸਾਂ ਭਰ ਕੇ ਦਵਾਈਆਂ ਦੀਆਂ ਭੇਜਤੀਆਂ ਕਿ ਮਦਦ ਕਰੋ। ਹਰਿਆਣੇ ਦੇ ਜਾਟਾਂ ਨੇ ਦੁੱਧ ਦੇ ਭੰਡਾਰ ਨਦੀਆਂ ਵਗਾਤੀਆਂ ਕਿ ਚਿੰਤਾ ਨਾ ਕਰੋ ਕਿ ਦੁੱਧ ਕਿੱਥੋਂ ਆਉਣਾ, ਜਿਹੜਾ ਦਿੱਲੀ ਜਾਣਾ ਸੀ ਉਹ ਸਾਰਾ ਕਿਸਾਨਾਂ ਨੂੰ ਜਾਏਗਾ। ਸਾਡੇ ਕੈਨੇਡਾ ਦੇ ਵਿੱਚ ਕੱਲ ਪਾਰਲੀਮੈਂਟ ਦੇ ਵਿੱਚ ਜਿੱਥੇ ਮੈਂਬਰ ਪਾਰਲੀਮੈਂਟ ਨੇ ਜਾ ਕੇ ਮੁੱਦਾ ਉਠਾਇਆ ਕਿ ਸਾਡੇ ਭਾਰਤੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਬਕਾਇਦਾ ਉਹਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨੇ ਉਠਾਈ ਹੈ। ਪਰ ਅਮਰੀਕਾ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਆਵਾਜ਼ ਉੱਠੀ ਹੈ। ਉਹਦੇ ਖਾਸ ਮਹਿਮਾਨ ਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਕੁਲਦੀਪ ਸਿੰਘ ਜੀ ਅਸੀਂ ਥੋੜੀ ਜਿਹੀ ਉਹ ਇਨਫੋਰਮੇਸ਼ਨ ਦਿਖਾਵਾਂਗੇ, ਉਹ ਅਸੀਂ ਥੋੜਾ ਜਿਹਾ ਪੇਪਰ ਵਰਕ ਦਿਖਾਵਾਂਗੇ ਕਿ ਤੁਸੀਂ ਕਿਵੇਂ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ। ਜੀ ਜ਼ਰੂਰ ਜੀ। ਸੋ ਬਿਲਕੁਲ ਕੁਲਦੀਪ ਸਿੰਘ ਜੀ, ਸੋ ਆਪਾਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤੇ ਹੁਣ ਆਪਾਂ ਗੈਸਟ ਨੂੰ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਬਿਲਕੁਲ ਜੀ। ਮੇਰੇ ਨਾਲ ਮਹਿਮਾਨ ਸ਼ਾਮਲ ਹੋਣ ਜਾ ਰਹੇ ਨੇ ਅਮਰੀਕਾ ਤੋਂ ਸਰਦਾਰ ਹਰਜੀਪਾਲ ਸਿੰਘ। ਸਰ ਹਰਜੀਪਾਲ ਸਿੰਘ ਜੀ, ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਦਿਲ ਦੀਆਂ ਗਹਿਰਾਈਆਂ 'ਚ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ। ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋਗੇ, ਕਿਉਂਕਿ ਜਿਹੜੇ ਦਰਸ਼ਕ ਦੁਨੀਆ ਭਰ ਦੇ ਵਿੱਚ ਤੁਹਾਨੂੰ ਇਹ ਦੁਨੀਆ ਦੇ ਇਤਿਹਾਸ ਦੇ ਅੰਦਰ ਕਿਸਾਨਾਂ ਦੀ ਸਭ ਤੋਂ ਵੱਡੀ ਮੂਵਮੈਂਟ ਭਾਰਤ ਦੇ ਵਿੱਚ 237 ਸਾਲਾਂ ਬਾਅਦ ਪਹਿਲਾ ਮੌਕਾ ਬਣਿਆ ਕਿ ਦਿੱਲੀ ਚਾਰੇ ਪਾਸਿਓਂ ਘਿਰ ਗਈ ਹੈ। ਅਸੀਂ 7 ਸਮੁੰਦਰੋਂ ਪਾਰ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਹਾਂ। ਸਾਡਾ ਦਿਲ ਅੱਜ ਵੀ ਪੰਜਾਬ ਲਈ ਧੜਕਦਾ ਹੈ। ਤੁਸੀਂ ਥੋੜ੍ਹਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ, ਫਿਰ ਕੀ ਕੁਝ ਕਰਨ ਜਾ ਰਹੇ ਹੋ ਇਹਦੀ ਗੱਲਬਾਤ ਬਾਅਦ 'ਚ ਕਰਾਂਗੇ। ਆਪਣੀ ਬੈਕਗਰਾਊਂਡ ਤੇ ਅੱਜ ਕੱਲ੍ਹ ਕੀ ਕੁਝ ਕਰ ਰਹੇ ਹੋ। ਮੈਨੂੰ ਚੇਤੇ ਆ ਤੁਹਾਡੇ ਬਾਰੇ, ਜਦੋਂ ਮਿਲੀਅਨ ਤੋਂ ਵੱਧ ਅਮਰੀਕਨ ਡਰਾਈਵਰ ਨੇ ਉਹਨਾਂ ਨੂੰ ਬੜੀ ਵੱਡੀ ਇਲੈਕਟ੍ਰੋਨਿਕਸ ਲੌਗ ਬੁੱਕ ਦੀ ਮੁਸ਼ਕਲ ਆਈ ਸੀ, ਅਮਰੀਕਾ ਸਰਕਾਰ ਨੇ ਬਗੈਰ ਸੋਚਿਆਂ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ ਜਾਇਆ, ਡਰਾਈਵਰਾਂ ਨਾਲ ਗੱਲ ਕਰੇ ਬਗੈਰ ਉਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਤੇ ਉਹਦੇ ਵਿੱਚ ਹਰਜੀਪਾਲ ਸਿੰਘ ਉਹਨਾਂ ਦਾ ਨਾਮ ਆਇਆ ਸੀ
ਤੇ ਪਹਿਲਾ ਵਿਅਕਤੀ ਸੀ ਪੂਰੇ ਅਮਰੀਕਾ ਦੇ ਵਿੱਚ ਦਸਤਾਰਧਾਰੀ ਜਿਹਨੇ ਕੇਸ ਲੜਿਆ ਸੀ ਤੇ ਕੇਸ ਲੜ ਕੇ ਉਹਨਾਂ ਮਿਲੀਅਨਸ ਆਫ ਡਰਾਈਵਰ ਨੇ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਕਰਵਾ ਕੇ ਦਵਾਈ ਸੀ। ਉਹਦੇ ਨਾਲ ਇਹ ਕੇਸ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ? ਥੋੜੀ ਜਿਹੀ ਆਪਣੀ ਬੈਕਗ੍ਰਾਉਂਡ ਕੀ ਕੁਝ ਕਰ ਰਹੇ ਹੋ ਅੱਜ, ਫਿਰ ਗੱਲਬਾਤ ਕਰਦੇ ਆਪਾਂ ਕਿਸਾਨ ਮੂਵਮੈਂਟ ਦੇ ਜੀ। ਬਿਲਕੁਲ ਜੀ, ਦੁਬਾਰਾ ਮੈਂ ਇਹ ਕਹਿਣਾ ਚਾਹਾਂਗਾ ਵੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਸ਼ੋਅ ਤੇ ਲੈ ਕੇ ਆਏ ਤੇ ਇਸ ਸ਼ੋਅ ਤੇ ਆਉਣਾ ਤੇ ਤੁਹਾਡਾ ਮੈਨੂੰ ਲਿਆਉਣਾ ਇਹ ਵੀ ਇੱਕ ਅੰਦੋਲਨ ਦਾ ਹਿੱਸਾ ਬਣਨ ਜਾ ਰਿਹਾ ਅੱਜ ਜੀ। ਸੋ ਜਿੱਥੋਂ ਤੱਕ ਮੇਰੀ ਆਪਣੀ ਐਜੂਕੇਸ਼ਨ ਦਾ ਸਵਾਲ ਹੈ, ਮੈਂ ਇੱਥੇ US ਦੇ ਵਿੱਚ ਇੰਜੀਨੀਅਰਿੰਗ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਥੋੜਾ ਸਮਾਂ ਜੌਬ ਕਰਨ ਤੋਂ ਬਾਅਦ ਮੈਂ ਕੰਸਲਟਿੰਗ ਵੱਲ ਚਲਾ ਗਿਆ ਜੀ, ਸੇਫਟੀ ਕੰਸਲਟਿੰਗ ਵੱਲ। ਤੇ ਰਾਈਟ ਨਾਓ ਮੈਂ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਐਜ਼ ਏ ਸੇਫਟੀ ਕੰਸਲਟੈਂਟ ਕੰਮ ਕਰ ਰਿਹਾ ਜੀ। ਤੇ ਉਹਦੇ ਵਿੱਚ ਵੀ ਜਿਹੜਾ ਮੇਰਾ ਪੱਖ ਹੈ ਉਹ ਮੋਸਟਲੀ ਕਾਨੂੰਨੀ ਪੱਖ ਤੋਂ ਲੋਕਾਂ ਨੂੰ ਜਾਂ ਕੰਪਨੀਆਂ ਨੂੰ ਕਿਵੇਂ ਬਚਾਇਆ ਜਾ ਸਕਦਾ, ਉਹ ਉਸ ਕੰਮ ਦੇ ਉੱਤੇ ਮੈਂ ਵਰਕ ਕਰਦਾ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਸਾਡੀ ਕੰਪਨੀ ਦੀ ਸੇਵਾਵਾਂ ਲੈਂਦੀਆਂ ਨੇ, ਜਿਹਦੇ ਵਿੱਚ ਕਿ ਉਹਨਾਂ ਨੂੰ ਗਵਰਨਮੈਂਟ ਦੇ ਨਾਲ ਕੋਈ ਵੀ ਕੰਮ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਅਸੀਂ ਸੋਲਵ ਕਰਾਉਣ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹਾਂ ਜੀ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ, ਆਪਾਂ ਪਹਿਲਾਂ ਵੀ ਸ਼ੋਅ ਕੀਤਾ, ਹੋਰ ਵੀ ਸ਼ੋਅ ਕੀਤੇ ਮੈਂ ਇਸ ਤੋਂ ਪਹਿਲਾਂ, ਜਦੋਂ ਕਿ ਅਸੀਂ ਇਹ ਬਹੁਤ ਵੱਡੀ ਲੜਾਈ ਲੜੀ ਇਲੈਕਟ੍ਰੋਨਿਕ ਲੌਗ ਬੁੱਕਸ ਦੀ, ਤੇ ਅਸੀਂ ਸਾਰੀ ਅਮਰੀਕਾ ਦੀ ਜਿਹੜੀ ਸਰਕਾਰ ਹੈ ਜਾਂ ਇਸ ਡਿਪਾਰਟਮੈਂਟ ਦੇ ਨਾਲ ਰਿਲੇਟਡ ਜਿਹੜੇ ਡਿਪਾਰਟਮੈਂਟ ਸੀਗੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਵਕਤ 'ਚ ਪਾ ਦਿੱਤਾ ਵੀ ਅਸੀਂ ਇਹ ਜਿਹੜਾ ਸਾਰਾ ਕੁਝ ਕੀਤਾ ਜਾਂ ਜਿਹੜਾ ਇਹ ਕਾਨੂੰਨ ਲਿਆਂਦਾ ਇਹਦੇ ਵਿੱਚ ਵੀ ਅਸੀਂ ਸੇਮ ਤਰੀਕੇ ਨਾਲ ਜਿਵੇਂ ਫਾਰਮਰਸ ਨਾਲ ਹੋ ਰਿਹਾ, ਅਸੀਂ ਐਕਚੁਅਲੀ ਟਰੱਕਿੰਗ ਐਸੋਸੀਏਸ਼ਨਾਂ ਦੇ ਨਾਲ ਗੱਲ ਕੀਤੇ ਤੋਂ ਬਿਨਾਂ ਇਹਨੂੰ ਹੁਣ ਪਾ ਦਿੱਤਾ ਤੇ ਜਦੋਂ ਅਸੀਂ ਇਹਦੀ ਆਵਾਜ਼ ਉਠਾਈ ਤੇ ਇਹ ਇੱਕ ਬੜੀ ਵੱਡੀ ਮੂਵਮੈਂਟ ਬਣ ਗਈ ਜੀ। ਸੋ ਉਸ ਮੂਵਮੈਂਟ ਤੋਂ ਬਾਅਦ ਮੈਨੂੰ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਲੋਕ ਜਾਣਨ ਲੱਗੇ, ਈਵਨ ਕਿ ਆਪਣੀ ਕਮਿਊਨਿਟੀ ਤੋਂ ਬਾਹਰ ਵਾਸ਼ਿੰਗਟਨ DC ਦੇ ਵਿੱਚ ਸੈਨੇਟਰਸ, ਕਾਂਗਰਸਮੈਨਸ, ਸੋ ਉਹਨਾਂ ਨਾਲ ਮੇਰੀ ਗੱਲਬਾਤ ਹੋਣ ਲੱਗੀ। ਸੋ ਇਹ ਇੱਕ ਪਰਮਾਤਮਾ ਦੀ ਕਿਰਪਾ ਤੁਸੀਂ ਕਹਿ ਲਓ ਵੀ ਕੋਈ ਨਾ ਕੋਈ ਜਰੀਆ ਬਣਿਆ ਤੇ ਮੈਨੂੰ ਆਪਣੀ ਜਿਹੜੀ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਜੀ। ਤੇ ਹਰਜੀਪਾਲ ਸਿੰਘ ਜੀ, ਅਸੀਂ ਜਾਣਦੇ ਹਾਂ ਬੜਾ ਵਧੀਆ ਜਿਹੜਾ ਤੁਸੀਂ ਕੰਮ ਕੀਤਾ ਸੀ, ਬਹੁਤ ਸਾਰੇ ਡਰਾਈਵਰਸ ਦਾ ਇਹ ਜਿਹੜਾ ਮੁੱਦਾ ਸੀ ਪੂਰੇ ਅਮਰੀਕਾ ਦੇ ਵਿੱਚ ਜਿਹਦੇ ਲਈ ਤੁਸੀਂ ਫਾਈਟ ਕੀਤੀ ਸੀ। ਤੇ ਹੁਣ ਗੱਲ ਅਸੀਂ ਅੱਜ ਕਰਾਂਗੇ ਕਿਸਾਨਾਂ ਦੇ ਸੰਘਰਸ਼ ਦੀ। ਇਸ ਮੋਰਚੇ ਨੂੰ ਬਾਹਰਲੇ ਮੁਲਕ ਦੇ ਵਿੱਚ ਬੈਠੇ ਤੁਸੀਂ ਕਿਵੇਂ ਸੋਚ ਰਹੇ ਹੋ, ਤੁਸੀਂ ਕੀ ਦੇਖ ਰਹੇ ਹੋ, ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸਾਰਾ? ਇਹਦੇ 'ਚ ਇੱਕ ਪੱਖ ਤਾਂ ਇਹ ਹੈ ਜੀ ਵੀ ਜਿਵੇਂ ਤੁਸੀਂ ਦੇਖ ਰਹੇ ਹੋ, ਜਿਵੇਂ ਸਾਰਾ ਸੰਸਾਰ ਇਹਨੂੰ ਬੈਠ ਕੇ ਦੇਖ ਰਿਹਾ, ਇੱਕ ਪੱਖ ਤਾਂ ਉਹ ਹੈ ਜਿਹਦੇ 'ਚ ਕਿ ਮੈਂ ਵੀ ਇਹਨੂੰ ਐਂ ਹੀ ਦੇਖ ਰਿਹਾ ਜੀ ਵੀ ਉੱਥੇ ਕੀ ਹੋ ਰਿਹਾ, ਸੰਘਰਸ਼ ਕਿਵੇਂ ਚੱਲ ਰਿਹਾ, ਇਹ ਇੱਕ ਪੱਖ ਹੈ। ਉਹਦਾ ਦੂਸਰਾ ਪੱਖ ਇਹ ਹੈ ਵੀ ਕੀ ਅਸੀਂ ਕੋਈ ਉਹਨਾਂ ਦੀ ਲੀਗਲ ਮਦਦ ਕਰ ਸਕਦੇ ਹਾਂ ਜੀ, ਜਿਹਦੇ ਤੇ ਕੀ ਵਰਕਆਊਟ ਨਹੀਂ ਕੀਤਾ ਗਿਆ। ਬਿਲਕੁਲ ਕਿਸੇ ਨਹੀਂ ਕੀਤਾ, ਵਰਕਆਊਟ ਨਹੀਂ ਕੀਤਾ ਗਿਆ ਤੇ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਘੁੰਮਦੀ ਰਹੀ ਬਈ ਅਸੀਂ ਇੱਥੇ ਬੈਠ ਕੇ ਆਰਥਿਕ ਮਦਦ ਦੇ ਨਾਲ ਨਾਲ ਕੀ ਕੁਝ ਹੋਰ ਕਰ ਸਕਦੇ ਹਾਂ। ਤੇ ਜਦੋਂ ਸਾਰੇ ਪ੍ਰੋਸੈਸ ਨੂੰ ਖੰਗਾਲਿਆ ਗਿਆ ਉਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਅਸੀਂ ਜਿਹੜੀ ਗੱਲ ਨੂੰ ਨਹੀਂ ਸ਼ੋਅ ਰਹੇ ਐਕਚੁਅਲੀ ਵੱਡੀ ਉਹ ਹੈ ਜੀ, ਉਹ ਗਵਰਨਮੈਂਟ ਕਿਵੇਂ ਕੰਮ ਕਰ ਰਹੀ ਹੈ, ਕਿਵੇਂ ਉਹ ਨੁਕਸਾਨ ਕਰ ਰਹੀ ਹੈ ਤੇ ਕਿਵੇਂ ਉਹ ਆਪਣੇ ਫਾਇਦੇ ਕਰ ਰਹੀ ਹੈ ਇਸ ਸਾਰੇ ਸੰਘਰਸ਼ ਤੋਂ। ਹੁਣ ਜਦੋਂ ਤੁਸੀਂ ਇਹ ਲਫ਼ਜ਼ ਸੁਣੋਗੇ ਨਾ ਵੀ ਆਪਣੇ ਫਾਇਦੇ ਕਿਵੇਂ ਕਰ ਰਹੀ ਹੈ, ਇਹਦੇ ਬਾਰੇ ਵੀ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਵੀ ਆਪਣੇ ਗਵਰਨਮੈਂਟ ਇਹਦੇ ਤੋਂ ਕਰੋੜਾਂ ਰੁਪਈਆ ਕਮਾ ਰਹੀ ਹੈ। ਇਹ ਇੱਕ ਵੱਡੀ ਖਬਰ ਹੈ ਜੀ, ਇੱਕ ਵੱਡੀ ਰਿਸਰਚ ਹੈ ਜਿਹੜੀ ਕਿ ਆਮ ਲੋਕਾਂ ਨੂੰ ਨਹੀਂ ਪਤਾ। ਸੋ ਉਹ ਰਿਸਰਚ ਜਿਹੜੀ ਹੈ ਆਪਾਂ ਅੱਜ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ। ਉਹ ਕਿਵੇਂ? ਇਹਦੇ ਵਿੱਚ ਥੋੜ੍ਹਾ ਜਿਹਾ ਦੱਸੋ ਕਿ ਜਦੋਂ ਅਸੀਂ ਮੋਦੀ ਸਰਕਾਰ ਦੀ ਗੱਲਬਾਤ ਕਰਦੇ ਹਾਂ, ਹੋਰ ਮੁਲਕਾਂ ਦੇ ਵਿੱਚ ਜਿਵੇਂ ਅਸੀਂ ਵੀ ਬਾਹਰ ਬੈਠੇ ਹਾਂ, ਉਸ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਕਿਵੇਂ ਬਣਾ ਸਕਦੇ ਹਾਂ ਅਸੀਂ? ਥੋੜ੍ਹਾ ਜਿਹਾ ਨੂੰ ਵਿਸਤਾਰ ਦੇ ਵਿੱਚ ਦੱਸਿਓ। ਬਿਲਕੁਲ ਜੀ, ਪਹਿਲੀ ਤਾਂ ਗੱਲ ਹੈ ਜੀ ਆਪਾਂ ਨੂੰ ਉਹ ਪਲੇਟਫਾਰਮ ਪਤਾ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਯੂਜ਼ ਕਰਕੇ ਆਪਾਂ ਮੋਦੀ ਗਵਰਨਮੈਂਟ ਤੱਕ ਪਹੁੰਚ ਸਕਦੇ ਹਾਂ ਜੀ। ਸੋ ਉਹ ਪਲੇਟਫਾਰਮਾਂ ਨੂੰ ਕਿਵੇਂ ਯੂਜ਼ ਕਰਨਾ ਤੇ ਉਹਨਾਂ ਨੂੰ ਅੱਗੇ ਪ੍ਰਫੁੱਲਤ ਕਿਵੇਂ ਕਰਨਾ ਹੈ, ਉਹਦੇ ਜੇ ਆਪਾਂ ਨੂੰ ਉਹਦੀ ਨੌਲੇਜ ਹੈਗੀ ਤਾਂ ਆਪਾਂ ਦਿੱਲੀ ਦੇ ਉਹਦੇ ਮੋਦੀ ਗਵਰਨਮੈਂਟ ਦੇ ਘਰ ਤੱਕ ਪਹੁੰਚ ਸਕਦੇ ਹਾਂ ਇੱਥੋਂ ਬੈਠੇ ਬੈਠੇ। ਅੱਛਾ ਜੀ।
ਆਪਾਂ ਇੱਥੋਂ ਬੈਠੇ ਬੈਠੇ ਕਾਨੂੰਨ ਦੇ ਹਿਸਾਬ ਨਾਲ ਜਿਹੜੇ ਕਾਨੂੰਨ ਦੀਆਂ ਬਾਹਾਂ ਲੰਬੀਆਂ ਕਹਿੰਦੇ ਆ ਨਾ ਜੀ, ਉਹ ਇੰਨੀਆਂ ਕੁ ਲੰਬੀਆਂ ਨੇ ਵੀ ਉਹ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਤੋਂ ਦਿੱਲੀ ਰਾਜ ਭਵਨ ਤੱਕ ਜਾ ਸਕਦੀਆਂ ਨੇ, ਤੇ ਸਾਨੂੰ ਸਿਰਫ ਲਿਆਉਣੀਆਂ ਆਉਣੀਆਂ ਚਾਹੀਦੀਆਂ ਨੇ। ਲਿਆਉਣੀਆਂ ਕਿਵੇਂ ਹੈ? ਅੱਛਾ ਜੀ, ਉਹਦੇ ਵਿੱਚ ਇਹ ਹੈ ਜੀ, ਜਿਹੜਾ ਪਲੇਟਫਾਰਮ ਆਪਾਂ ਨੂੰ, ਮੈਂ ਕੁਝ ਪਲੇਟਫਾਰਮਾਂ ਬਾਰੇ ਗੱਲ ਕਰੂੰਗਾ ਜਿਨ੍ਹਾਂ ਉੱਤੇ ਅਸੀਂ ਵਰਕਆਊਟ ਕੀਤਾ। ਉਹਨਾਂ ਦੇ ਵਿੱਚੋਂ ਵੱਡਾ ਜੀ, ਸਾਰਿਆਂ ਨੇ ਨਾਂ ਸੁਣਿਆ, UN, ਯੂਨਾਈਟਿਡ ਨੇਸ਼ਨ ਜੀ। UN ਕਿਉਂ, ਕੀ ਕੰਮ ਕਰਦਾ, ਕਿਵੇਂ ਕੰਮ ਕਰਦਾ, ਸਾਡੀ ਕਿੱਥੇ ਮਦਦ ਹੋ ਸਕਦੀ ਹੈ, ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। UN ਇੱਕ ਸਾਰੇ ਮੁਲਕਾਂ ਦੀ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਹੈ ਜਿੱਥੇ ਸਾਂਝੇ ਮਸਲੇ ਹੱਲ ਕੀਤੇ ਜਾਂਦੇ ਆ। ਹਾਂਜੀ, ਉਹ ਸਾਂਝੇ ਮਸਲੇ ਹੱਲ ਕਰਨ ਦੇ ਵਿੱਚ ਅੱਜ ਸਾਨੂੰ ਉਹਨਾਂ ਦੀ ਲੋੜ ਹੈ ਜੀ। ਪਰ ਇਹਦੇ ਵਿੱਚ ਹੁਣ ਆਮ ਪਬਲਿਕ ਦਾ ਕੁਐਸਚਨ ਹੋਊਗਾ ਵੀ ਬਿੱਲ ਹੈਗੇ ਆ ਇੰਡੀਆ ਦੇ ਜੀ, ਉਹਨਾਂ ਨੇ ਪਾਸ ਕੀਤੇ, ਕਿਸਾਨਾਂ ਨੂੰ ਪਸੰਦ ਨਹੀਂ ਆਏ, UN ਦਾ ਕੀ ਲੈਣਾ ਦੇਣਾ ਇਹਦੇ ਵਿੱਚ? ਬਿਲਕੁਲ ਜੀ, UN ਦਾ 100% ਇਹਦੇ ਵਿੱਚ ਲੈਣਾ ਦੇਣਾ। ਉਹ ਕਿਵੇਂ? 100% ਇਹਦੇ ਵਿੱਚ ਆਪਣੀ ਇੰਟਰਫੀਰੈਂਸ ਕਰ ਸਕਦੀ ਹੈ। ਉਹ ਕਿਵੇਂ? ਹਾਂ, ਇਹ ਸਵਾਲ ਹੈ ਜੀ। ਸੋ ਇਸ ਸਵਾਲ ਦਾ ਜਵਾਬ ਬੜਾ ਸਿੰਪਲ ਹੈ ਜੀ, ਤੇ ਬੜਾ ਕੌਨਫੀਡੈਂਟ ਜਵਾਬ ਹੈ ਇਹਦੇ ਵਿੱਚ। ਵੀ ਗਵਰਨਮੈਂਟ ਉੱਥੇ ਉਹਨਾਂ ਨੇ ਇਹ ਜਦੋਂ ਬਿੱਲ ਬਣਾਏ, ਉਹਨਾਂ ਦੀ ਮਨਸ਼ਾ ਕੀ ਸੀ ਇਹਦੇ ਮਗਰ? ਇੱਕ ਮਨਸ਼ਾ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਬਿੱਲ ਬਣਾ ਕੇ ਫਾਰਮਰਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਕੰਗਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਭੁੱਖੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੱਡੇ ਇੰਡਸਟਰੀਲਿਸਟ ਨੂੰ ਫਾਇਦਾ ਪਹੁੰਚਾਉਣ ਦੇ ਲਈ। ਬਿਲਕੁਲ, ਇਹ ਤਾਂ ਕਲੀਅਰ ਹੈ, ਬਿਲਕੁਲ ਕਲੀਅਰ ਹੈ। UN ਦੇ ਵਿੱਚ ਆਪਾਂ ਕਿਵੇਂ ਜਾਣਾ ਹੈ? UN ਨੇ ਆਪਣੀ ਆਵਾਜ਼ ਸਾਡੇ ਵਾਸਤੇ ਕਿਉਂ ਉਠਾਉਣੀ ਹੈ? ਉਹਦਾ ਕਾਰਨ ਹੈ ਜੀ, ਇਹਦੇ ਪਿੱਛੇ ਹੁਣ ਆਪਾਂ ਥੋੜਾ ਜਿਹਾ ਜਾਵਾਂਗੇ ਜੀ। ਮਾਰਚ 2020 ਦੇ ਵਿੱਚ ਕਰੋਨਾ ਵਾਇਰਸ ਫੈਲ ਜਾਂਦਾ। ਬਿਲਕੁਲ। ਅਪ੍ਰੈਲ 2020 ਦੇ ਵਿੱਚ ਉਹ ਇੱਕ ਪਲਾਨ ਬਣਾਉਂਦੇ ਆ ਵੀ ਆਪਣੇ ਕੋਲੇ ਜਿਹੜਾ ਆਹ ਬਿੱਲ ਕਈ ਸਾਲਾਂ ਤੋਂ ਪਿਆ ਸੀ, ਜਿਹਨੂੰ ਆਪਾਂ ਇਹ ਦੇਖ ਰਹੇ ਸੀ ਵੀ ਅੱਜ ਪਾਈਏ ਨਾ ਪਾਈਏ, ਬੜੀ ਵਾਰੀ ਉਹਦੀ ਗੱਲਬਾਤ ਚੱਲੀ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਨੈਕਸਟ ਗਵਰਨਮੈਂਟ 'ਚ ਜਾ ਕੇ ਪਾਵਾਂਗੇ, ਸੋ ਇਸ ਗਵਰਨਮੈਂਟ 'ਚ ਪਾ ਲਿਆ, ਸ਼ਾਇਦ ਸਾਡੀ ਗਵਰਨਮੈਂਟ ਦੁਬਾਰਾ ਨਾ ਬਣੇ ਜੀ। ਤੇ ਇਹ ਵੀ ਦਰਸ਼ਕਾਂ ਨੂੰ ਪਤਾ ਵੀ ਜੇ ਇਹ ਬਿੱਲ ਅੱਜ ਤੋਂ 2 ਸਾਲ ਪਹਿਲਾਂ ਆਇਆ ਹੁੰਦਾ ਤਾਂ ਮੋਦੀ ਦੁਬਾਰਾ ਗਵਰਨਮੈਂਟ 'ਚ ਨਹੀਂ ਆ ਸਕਦਾ ਸੀਗਾ ਜੀ। ਬਿਲਕੁਲ। ਸੋ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਲੈਂਦੇ ਹੋਏ ਜੂਨ 5 2020 ਦੇ ਵਿੱਚ ਇਹ ਜਿਹੜਾ ਕੇਸ ਹੈਗਾ, ਇਹ ਜਿਹੜਾ ਆਰਡੀਨੈਂਸ ਪਾਰਲੀਮੈਂਟ 'ਚ ਲਿਆਂਦਾ। ਬਿਲਕੁਲ। ਤੇ ਬਿਨਾਂ ਕਿਸੇ ਡਿਬੇਟ ਤੋਂ, ਬਿਨਾਂ ਕਿਸੇ ਵੋਟਿੰਗ ਤੋਂ, ਬਿਨਾਂ ਕਿਸੇ ਫਾਰਮਰਜ਼ ਨਾਲ ਕੰਸਲਟ ਕੀਤੇ ਬਿਨਾਂ ਫਾਰਮਰਜ਼ ਆਰਗੇਨਾਈਜੇਸ਼ਨ ਜਿਹੜੀਆਂ ਅੱਜ 30 ਸਾਡੀਆਂ ਬੈਠੀਆਂ, ਟੋਟਲ 500 ਨੇ, 500 ਦੇ ਵਿੱਚੋਂ ਇੱਕ ਦਾ ਵੀ ਬਿਆਨ ਆਇਆ ਹੋਵੇ ਵੀ ਉਹਨਾਂ 3 ਮਹੀਨਿਆਂ ਦੇ ਵਿੱਚ ਸਾਡੇ ਨਾਲ ਕੰਸਲਟ ਕੀਤਾ ਗਿਆ ਹੋਵੇ? ਬਿਲਕੁਲ ਨਹੀਂ। ਸੋ ਉਹਨਾਂ ਨੇ ਸਪਟੰਬਰ 17 2020 ਦੇ ਵਿੱਚ ਇਹਨੂੰ ਲਾਗੂ ਕਰ ਦਿੱਤਾ। 12:01 ਉਹ ਇਫੈਕਟਿਵ ਹੋ ਗਿਆ। ਇਹ ਵੀ ਇੱਕ ਇੰਡੀਆ ਦੀ ਹਿਸਟਰੀ ਦਾ ਕਾਲਾ ਪੇਜ ਹੋਊਗਾ ਜੀ, ਜਿਹਦੇ 'ਚ ਇਹ ਹੋਊਗਾ ਵੀ ਇੱਕ ਬਿੱਲ ਲਿਆਂਦਾ ਗਿਆ ਤੇ ਉਹਨੂੰ ਇੰਨੀ ਹਫੜਾ ਦਫੜੀ ਦੇ ਵਿੱਚ ਪਾਸ ਕਰਕੇ ਨਾਲ ਦੀ ਨਾਲ ਲਾਗੂ ਕਰ ਦਿੱਤਾ ਗਿਆ ਹੋਵੇ, ਤੇ ਉਹ ਪ੍ਰੋਟੈਸਟ ਵਾਸਤੇ ਰੈਡੀ ਹੋ ਗਏ ਹੋਣ। ਹੁਣ ਉਹਨਾਂ ਨੇ 2 ਗੱਲਾਂ ਸੋਚੀਆਂ ਇਹਦੇ ਵਿੱਚ ਜੀ। 2 ਗੱਲਾਂ ਦੇ ਵਿੱਚ ਗੱਲ ਇਹ ਸੀ ਜੀ ਵੀ ਕਰੋਨਾ ਵਾਇਰਸ ਫੈਲਿਆ ਹੋਇਆ ਜੀ ਵੱਡੇ ਪੱਧਰ ਦੇ ਉੱਤੇ, ਸਾਰੇ ਵਰਲਡ ਨੂੰ ਇਹਦਾ ਪਤਾ ਹੈ ਜੀ। ਅਸੀਂ ਇਹਦਾ ਹੁਣ ਫਾਇਦਾ ਕਿਵੇਂ ਲੈਣਾ? ਤੁਸੀਂ ਸ਼ਾਇਦ ਇੱਕ ਬਿਆਨ ਸੁਣਿਆ ਹੋਵੇ ਪ੍ਰਾਈਮ ਮਿਨਿਸਟਰ ਮੋਦੀ ਦਾ, ਵਪਦਾ ਕੋ ਆਪਣੇ ਫਾਇਦੇ 'ਚ ਕਿਵੇਂ ਵਰਤਣਾ ਹੈ। ਇੱਕ ਉਹਨਾਂ ਦਾ ਬਿਆਨ ਆਇਆ ਸੀਗਾ ਜੀ। ਸੋ ਜਦੋਂ ਵਿਪਤਾ ਪੈਂਦੀ ਹੈ ਉਹਨੂੰ ਆਪਣੇ ਫਾਇਦੇ 'ਚ ਕਿਵੇਂ ਲੈ ਕੇ ਆਉਣਾ ਹੈ ਜੀ। ਉਸ ਦੇ ਉੱਤੇ ਕੰਮ ਕਰਦੇ ਹੋਏ ਉਸ ਗਵਰਨਮੈਂਟ ਨੇ ਇਹ ਪਲਾਨ ਬਣਾਇਆ ਜੀ ਵੀ ਇਹਨੂੰ ਹੁਣ ਇਸ ਟਾਈਮ ਬਹੁਤ ਜਲਦਬਾਜ਼ੀ 'ਚ ਲਾਗੂ ਕਰ ਦਿਓ। ਪਹਿਲੀ ਤਾਂ ਉਹਨਾਂ ਦੀ ਪਲੈਨਿੰਗ ਇਹ ਸੀਗੀ ਵੀ ਇਹ ਪ੍ਰੋਟੈਸਟ ਨਹੀਂ ਹੋਣਗੇ ਕਰੋਨਾ ਵਾਇਰਸ ਤੋਂ ਡਰਦੇ ਜੀ। ਪਰ ਜਿਹੜੀ ਇਹ ਕੌਮ ਹੈ ਉਹਦਾ ਉਹਨਾਂ ਨੂੰ ਪੂਰਾ ਅੰਦਾਜ਼ਾ ਨਹੀਂ ਲਾਇਆ ਉਹਨਾਂ ਨੇ। ਇਹ ਕੌਮ ਇਹਨਾਂ ਗੱਲਾਂ ਨਾਲ ਰੁਕਣ ਵਾਲੀ ਨਹੀਂ ਹੈਗੀ, ਇਹਨੂੰ ਮੌਤ ਦਾ ਡਰ ਨਹੀਂ ਵਿਖਾਇਆ ਜਾ ਸਕਦਾ ਇਸ ਕੌਮ ਨੂੰ। ਬਿਲਕੁਲ। ਸੋ 26 ਨਵੰਬਰ ਤੱਕ ਉਹਨਾਂ ਦਾ ਇਹ ਪਲਾਨ ਚੱਲ ਰਿਹਾ ਸੀਗਾ ਵੀ ਇਹ ਜਿਹੜੀ ਕੌਮ ਹੈ ਇਹ ਮੌਤ ਤੋਂ ਡਰ ਕੇ ਘਰੇ ਬਹਿ ਜੂਗੀ, ਤੇ ਸਾਡਾ ਪ੍ਰੋਗਰਾਮ ਜਿਹੜਾ ਉਹ ਸਿਰੇ ਚੜ ਗਿਆ। ਇਹ 26 ਤਰੀਕ ਨੂੰ ਉਹਨਾਂ ਦੇ ਕੰਨ ਦੇ ਉੱਤੇ ਜੂੰ ਸਰਕਦੀ ਹੈ
ਤੇ ਅਸੀਂ ਸਾਰੇ ਹੱਦਾਂ ਬੰਨੇ ਟੱਪ ਕੇ, ਸਾਰੇ ਬੈਰੀਕੇਡ ਤੋੜ ਕੇ, ਗਵਰਨਮੈਂਟਾਂ ਜਿਹੜੀਆਂ ਵਿਚਾਲੇ ਸਾਡੇ ਦਿੱਲੀ ਤੋਂ ਲੈ ਕੇ ਪੰਜਾਬ ਦੇ ਵਿਚਾਲੇ ਜਿਹੜੀਆਂ ਗਵਰਨਮੈਂਟਾਂ ਨੇ, ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਜਿਹੜੇ ਲਾਏ ਹੋਏ ਬੈਰੀਕੇਡ ਤੋੜ ਕੇ ਦਿੱਲੀ 'ਚ ਜਾ ਬੈਠੇ। ਉਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡਾ ਜਿਹੜਾ ਪਲਾਨ ਏ ਸੀ ਉਹ ਫੇਲ ਹੋ ਗਿਆ। ਓਕੇ। ਤੇ ਇਹ ਜਦੋਂ ਪਲਾਨ ਫੇਲ ਹੋਇਆ, ਇਹਦੇ ਵਿੱਚ ਤੁਸੀਂ ਹੁਣ ਇਹ ਦੇਖੋ ਜੀ, ਜੇ ਉਹਨਾਂ ਨੇ ਕਰੋਨਾ ਵਾਇਰਸ ਨੂੰ ਜੀ ਢਾਲ ਬਣਾ ਕੇ ਪ੍ਰੋਟੈਸਟ ਰੋਕਣ ਦੀ ਕੋਸ਼ਿਸ਼ ਕੀਤੀ, ਇੱਥੇ ਲਫ਼ਜ਼ ਆਉਂਦਾ ਜੀ ਯੂਨਾਈਟਿਡ ਨੇਸ਼ਨ, ਇੱਥੇ ਲਫ਼ਜ਼ ਆਉਂਦਾ ਹਿਊਮਨ ਰਾਈਟਸ। ਓਕੇ। ਸਾਨੂੰ ਕਰੋਨਾ ਵਾਇਰਸ ਤੋਂ ਡਰਾ ਕੇ ਪ੍ਰੋਟੈਸਟ ਕਰਨ ਤੋਂ ਸਾਨੂੰ ਰੋਕਿਆ ਗਿਆ, ਜਿਹੜਾ ਕਿ ਅਸੀਂ ਰੁਕੇ ਨਹੀਂ। ਪੰਜਾਬੀ ਰੁਕੇ ਨਹੀਂ, ਡਰੇ ਨਹੀਂ, ਖੜੇ ਨਹੀਂ। ਉਹ ਗੁਰੂ ਦਾ ਆਸਰਾ ਲੈ ਕੇ ਅੱਜ ਫਿਰ ਦਿੱਲੀ ਦੇ ਵਿੱਚ ਬੈਠੇ ਆ ਜੀ। ਇੱਕ ਪੱਖ ਤਾਂ ਉਹਨਾਂ ਦਾ ਪਲਾਨ ਏ ਵੀ ਇਹਨਾਂ ਨੂੰ ਅਸੀਂ ਪ੍ਰੋਟੈਸਟ ਨਹੀਂ ਕਰਨ ਦੇਣਾ, ਜਾਂ ਪ੍ਰੋਟੈਸਟ ਇਹਨਾਂ ਨੇ ਕਰਨਾ ਹੀ ਨਹੀਂ, ਇਹ ਹੈਗਾ ਜੀ ਪਲਾਨ ਏ। ਓਕੇ, ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਇਹਨਾਂ ਨੇ 3 ਬਿੱਲ ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆਂਦੇ ਸਨ, ਉਹ ਕਰੋਨਾ ਦੀ ਆੜ ਦੇ ਵਿੱਚ ਹੀ ਲਿਆਂਦੇ ਸਨ ਕਿ ਲੋਕ ਬਾਹਰ ਨਿਕਲ ਨਹੀਂ ਸਕਦੇ, ਇਸ ਕਰਕੇ ਕਾਨੂੰਨ ਅਸੀਂ ਲਾਗੂ ਕਰ ਦਿੰਦੇ ਆ। ਲੋਕ ਮੁਜ਼ਾਹਰਾ ਤਾਂ ਕਰ ਨਹੀਂ ਸਕਣਗੇ ਕਿਉਂਕਿ ਕਰੋਨਾ ਚੱਲ ਰਿਹਾ ਹੈ, ਚਾਰੇ ਪਾਸੇ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ। ਸੋ ਪਹਿਲੀ ਗਲਤੀ ਉਹਨਾਂ ਨੇ ਇਹ ਕੀਤੀ ਕਿ ਕਾਨੂੰਨ ਹੈ ਜਿਹੜਾ ਉਹ ਉਦੋਂ ਪਾਸ ਕਰਵਾਇਆ ਜਦੋਂ ਕਰੋਨਾ ਦਾ ਪੂਰਾ ਜ਼ੋਰ ਸੀ। ਬਿਲਕੁਲ ਜੀ। ਦੂਜੀ ਗਲਤੀ, ਇੱਕ ਚੀਜ਼ ਤੁਸੀਂ ਇਹ ਵੀ ਸੁਣੀ ਹੋਣੀ ਹੈ ਜੀ, ਵੀ ਇਹ ਬਿੱਲ 2007 ਦੇ ਵਿੱਚ ਕੈਪਟਨ ਸਰਕਾਰ ਨੇ ਲਿਆਂਦੇ, ਉਸ ਤੋਂ ਬਾਅਦ 2013 ਦੇ ਵਿੱਚ ਇਹ ਬਾਦਲ ਸਰਕਾਰ ਨੇ ਲਿਆਂਦੇ। ਇਹ ਲਫ਼ਜ਼ ਤੁਸੀਂ ਸੁਣੇ ਹੈ। ਬਿਲਕੁਲ। ਸੋ ਇੱਥੋਂ ਇਹ ਗੱਲ ਪਤਾ ਲੱਗਦੀ ਹੈ, ਤੇ ਇਹ ਗੱਲ ਬਿਲਕੁਲ ਸਹੀ ਹੈ, ਵੀ ਇਹ ਬਿੱਲ ਕਾਫੀ ਚਿਰ ਤੋਂ ਬਣੇ ਪਏ ਸੀਗੇ ਜੀ, ਇਹ ਬਣਾ ਕੇ ਰੱਖੇ ਗਏ ਸੀਗੇ। ਉਹਨਾਂ ਦੇ ਵਿੱਚ ਜਿਹੜੀਆਂ ਖਤਰਨਾਕ ਧਾਰਾਵਾਂ ਸੀ, ਉਹ ਹੋ ਸਕਦਾ ਮਾਰਚ 2020 ਦੇ ਵਿੱਚ ਉਹ ਲਿਖੀਆਂ ਗਈਆਂ ਹੋਣ, ਜਿਹਦੇ ਵਿੱਚ ਕੀ ਇਹ ਹੋਵੇ ਵੀ ਇੱਕ ਪੰਜਾਬ ਇੱਕ ਇਸ ਤਰ੍ਹਾਂ ਦੀ ਸਟੇਟ ਹੈ ਜਿਹੜੀ ਕਿ ਕੁਝ ਵੀ ਹੁੰਦਾ ਤੇ ਸਾਡੇ ਅਗੇਂਸਟ ਖੜੀ ਹੋ ਜਾਂਦੀ ਹੈ। ਇਹਦੀ ਇਕਨੋਮੀ ਸਟਰੋਂਗ ਹੈ, ਇਹਦੀ ਇਕਨੋਮੀ ਨੂੰ ਢਾਹ ਲਾਉਣ ਵਾਸਤੇ ਸਾਡੇ ਕੋਲੇ ਆਹ ਸਭ ਤੋਂ ਸੁਨਹਿਰੀ ਮੌਕਾ ਹੈ। ਜੇ ਅਸੀਂ ਆਹ ਮੌਕਾ ਨਾ ਸਾਂਭਿਆ ਜੀ, ਸਾਡੇ ਜਿਹੜੇ ਮਨਸੂਬੇ ਆ ਉਹ ਕਾਮਯਾਬ ਨਹੀਂ ਹੋਣਗੇ। ਬਿਲਕੁਲ ਜੀ। ਓਕੇ, ਹੁਣ ਆਪਾਂ ਆਈਏ ਜੀ ਦੂਸਰੀ ਗੱਲ ਦੇ ਉੱਤੇ। ਜੀ, ਪਲਾਨ ਏ ਫੇਲ ਹੋ ਗਿਆ ਜੀ 27 ਤਰੀਕ ਨੂੰ। ਸਾਡਾ ਪੰਜਾਬ, ਸਾਡੀਆਂ ਮਾਤਾਵਾਂ, ਸਾਡੇ ਬਜ਼ੁਰਗ, ਸਾਡੇ ਬੱਚੇ ਦਿੱਲੀ ਪਹੁੰਚ ਗਏ ਜੀ, ਲੱਖ ਅੜਚਣਾ ਪਾਰ ਕਰਕੇ ਜੀ। ਹੁਣ ਸੈਕੰਡ ਪਲਾਨ ਕੀ ਹੈ ਜੀ? ਸੈਕੰਡ ਪਲਾਨ ਹੈ, ਤੁਸੀਂ ਸੁਣਿਆ ਅਮਿਤ ਸ਼ਾਹ ਦਾ ਇੱਕ ਛੋਟਾ ਜਿਹਾ ਕਲਿੱਪ ਆਇਆ, ਉਹਦੇ ਚ ਉਹਨੇ ਕਿਹਾ ਵੀ ਤੁਸੀਂ ਸਟੇਡੀਅਮ ਤੁਹਾਨੂੰ ਦੇ ਦਿੰਨੇ ਆ, ਤੁਸੀਂ ਸਟੇਡੀਅਮ ਵਿੱਚ ਇਕੱਠੇ ਹੋ ਜਾਓ ਸਾਰੇ, ਬੁਰਾੜੀ ਗਰਾਊਂਡ। ਹਾਂ, ਬੁਰਾੜੀ ਗਰਾਊਂਡ। ਤੇ WHO ਵਰਲਡ ਹੈਲਥ ਆਰਗੇਨਾਈਜੇਸ਼ਨ ਰੌਲਾ ਪਾ ਰਹੀ ਹੈ, ਕਰੋੜਾਂ ਡਾਲਰ ਖਰਚ ਰਹੀ ਹੈ ਇਹ ਦੱਸਣ ਵਾਸਤੇ ਵੀ 6 ਫੁੱਟ ਦਾ ਡਿਸਟੈਂਸ ਰੱਖਿਓ, ਸੋਸ਼ਲ ਡਿਸਟੈਂਸਿੰਗ, ਸੋਸ਼ਲ ਡਿਸਟੈਂਸ ਰੱਖਿਓ। ਬਿਲਕੁਲ। ਸਾਰੀਆਂ ਗਵਰਨਮੈਂਟਾਂ ਦਾ ਜ਼ੋਰ ਲੱਗਿਆ ਹੋਇਆ, ਸਿਰਫ ਇੱਕ ਭਾਰਤ ਸਰਕਾਰ ਹੈ ਜਿਹਨੂੰ ਇਹ ਲੱਗ ਰਿਹਾ ਵੀ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੈਦਾਨ ਦੇ ਵਿੱਚ ਰੱਖਿਆ ਜਾਵੇ। ਇਹ ਗੱਲ ਜਿਹੜੀ ਹੈ ਯੂਨਾਈਟਿਡ ਨੇਸ਼ਨ ਦੇ ਅੱਗੇ ਲਿਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੱਗੇ ਲਿਆਉਣੀ ਜ਼ਰੂਰੀ ਹੈ ਵੀ ਸਾਨੂੰ ਉੱਥੇ ਆਹ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ। ਤੁਸੀਂ ਕਹਿ ਰਹੇ ਹੋ 6 ਫੁੱਟ ਤੋਂ ਨੇੜੇ ਨਹੀਂ ਜਾਣਾ, ਉਹ ਕਹਿ ਰਹੇ ਵੀ ਤੁਹਾਨੂੰ 1 ਲੱਖ ਬੰਦੇ ਨੂੰ ਅਸੀਂ ਜੰਤਰ ਮੰਤਰ ਦੇ ਵਿੱਚ, ਜਿਹਦੇ 4 ਦੁਆਰ ਹੈਗੇ, ਉਹਦੇ ਵਿੱਚ ਬੰਦ ਕਰਕੇ ਤੁਹਾਨੂੰ ਮਾਈਕ ਦੇ ਦਿੰਨੇ ਆ ਤੇ ਤੁਸੀਂ ਇੱਥੇ ਕਰੋਨਾ ਦੀ ਗੇਮ ਖੇਡੋ। ਤੇ ਇਸ 1 ਲੱਖ ਨਹੀਂ, ਹਰਜੀਪਾਲ ਸਿੰਘ ਜੀ ਥੋੜਾ ਜਿਹਾ ਮੈਂ ਇੱਥੇ ਕਰੈਕਟ ਕਰਦੇ ਆ, ਉਸ ਵਕਤ ਉੱਥੇ 5 ਲੱਖ ਤੋਂ ਵੱਧ ਕਿਸਾਨ ਇਕੱਠੇ ਹੋ ਚੁੱਕੇ ਸੀ ਜਦੋਂ ਅਮਿਤ ਸ਼ਾਹ ਹੋਮ ਮਿਨਿਸਟਰ ਭਾਰਤ ਦੇ ਇਹ ਬਿਆਨ ਦੇ ਰਹੇ ਨੇ ਕਿ ਤੁਹਾਨੂੰ ਸਟੇਡੀਅਮ ਦੇ ਵਿੱਚ ਰੱਖ ਦਿੰਨੇ ਆ, ਜੰਤਰ ਮੰਤਰ ਨਹੀਂ ਜਾਣ ਦੇਣਾ, ਜਾਂ ਤੁਹਾਨੂੰ ਬੁਰਾੜੀ ਜਿਹੜਾ ਨਿਰੰਕਾਰੀਆਂ ਦਾ ਸਮਾਗਮ ਹੁੰਦਾ ਸਾਲਾਨਾ, ਉਸ ਮੈਦਾਨ ਦੇ ਵਿੱਚ ਤੁਹਾਨੂੰ ਸ਼ਿਫਟ ਕਰ ਦਿੰਨੇ ਆ ਜਿੱਥੇ ਪਾਣੀ ਦੀ ਸਹੂਲਤ ਤੇ ਤੁਹਾਡੇ ਲਈ ਟਾਇਲਟ ਵਗੈਰਾ ਦੀ ਸਾਰੀ ਸਹੂਲਤ ਅਸੀਂ ਪ੍ਰਦਾਨ ਕਰਾਂਗੇ ਔਰ ਤੁਹਾਡੀ ਸੁਰੱਖਿਆ ਵੀ ਕਰਾਂਗੇ। ਤੁਸੀਂ ਉੱਥੇ ਅੰਦੋਲਨ ਆਪਣਾ ਚਲਾ ਸਕਦੇ ਹੋ। ਤੁਹਾਡੇ ਕਹਿਣ ਤੋਂ ਭਾਵ ਕਿ ਪਹਿਲੀ ਉਲੰਘਣਾ ਉਹਨਾਂ ਨੇ ਇਹ ਕੀਤੀ ਕਿ ਯੂਨਾਈਟਿਡ ਨੇਸ਼ਨ ਦੇ ਖਿਲਾਫ ਜਾ ਕੇ ਇਹਨਾਂ ਨੇ ਉਹ ਬਿੱਲ ਉਦੋਂ ਲਿਆਂਦੇ ਜਦੋਂ ਕਰੋਨਾ ਦਾ ਜ਼ੋਰ ਸੀ। ਫਿਰ ਜੇ ਕਿਸਾਨ ਉੱਥੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਇਹ ਕਹਿਣ ਦੀ ਬਜਾਏ ਕਿ ਤੁਸੀਂ ਕਰੋਨਾ ਚੱਲ ਰਿਹਾ ਰਹਿਣ ਦਿਓ, ਬਲਕਿ ਉਹਨਾਂ ਨੂੰ ਉਕਸਾ ਰਹੇ ਨੇ ਕਿ ਤੁਸੀਂ ਸਾਰੇ ਇੱਕ ਮੈਦਾਨ ਦੇ ਵਿੱਚ ਇਕੱਠੇ ਹੋ ਜਾਓ ਤਾਂ ਜੋ ਤੁਹਾਡੀ ਅਸੀਂ ਸੇਵਾ ਕਰ ਸਕੀਏ ਜੀ। ਸੋ ਇਹ ਬੜਾ ਵਧੀਆ ਤੁਹਾਡਾ ਪੁਆਇੰਟ ਹੈ
ਕਿ ਯੂਨਾਈਟਿਡ ਨੇਸ਼ਨ ਤੇ WHO ਦੇ ਅਗੇਂਸਟ ਜਾ ਕੇ ਇਹਨਾਂ ਨੇ ਇਹ ਫੈਸਲਾ ਲਿਆ। ਸੋ ਇਹ ਜਿਹੜਾ ਸਾਡਾ ਹਿਊਮਨ ਰਾਈਟਸ ਦੇ ਅਗੇਂਸਟ ਜਿਹੜਾ ਕੇਸ ਬਣਦਾ ਹੈ, ਪਹਿਲਾ ਜੀ। ਕੇਸ ਤਾਂ ਇਹ ਬਣਦਾ ਵੀ ਸਾਨੂੰ ਕਰੋਨਾ ਦੀ ਆੜ ਦੇ ਵਿੱਚ ਪ੍ਰੋਟੈਸਟ ਕਰਨ ਤੋਂ ਰੋਕਿਆ ਗਿਆ। ਓਕੇ। ਜਦੋਂ ਇਹ ਦੇਖਦੇ ਹੋਏ ਵੀ ਸਾਡੇ ਕੋਲੇ ਕਰੋ ਜਾਂ ਮਰੋ ਵਾਲੀ ਸਥਿਤੀ ਹੈ ਤੇ ਅਸੀਂ ਉਸ ਕਰੋਨਾ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਇਸ ਮੁੱਦੇ ਤੱਕ ਪਹੁੰਚੇ ਹਾਂ, ਦਿੱਲੀ ਤੱਕ ਪਹੁੰਚੇ ਹਾਂ ਜੀ। ਸੋ ਹੁਣ ਜਿਹੜੀ ਗੱਲ ਇੱਕ ਹੁੰਦਾ ਵੀ ਕਰੋਨਾ ਉਹ ਕਹਿ ਰਿਹਾ ਵੀ ਤੁਸੀਂ ਇੰਨਾ ਡਿਸਟੈਂਸ ਰੱਖਣਾ ਹੈ, ਇਸ ਤਰੀਕੇ ਦੇ ਨਾਲ ਆਹ ਗਾਈਡਲਾਈਨਸ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਉਹ ਲਾਗੂ ਕੀਤੀਆਂ ਨੇ ਜੀ। ਤੇ ਦੂਸਰੇ ਪਾਸੇ ਇੰਡੀਆ ਦੇ ਵਿੱਚ ਉਹ ਤੋਂ ਬਿਲਕੁਲ ਉਲਟ ਕੀਤਾ ਜਾ ਰਿਹਾ ਜੀ। ਤੇ ਐਗਰੀਕਲਚਰ ਮਿਨਿਸਟਰ ਇਹ ਬਿਆਨ ਦੇ ਰਿਹਾ ਬਈ ਤੁਸੀਂ ਇਹ ਐਜੀਟੇਸ਼ਨ ਵਾਪਸ ਲੈ ਲਓ ਕਿਉਂਕਿ ਕਰੋਨਾ ਫੈਲਣ ਦਾ ਖਤਰਾ ਬਣਿਆ ਹੋਇਆ ਹੈਗਾ। ਤੇ ਜੇ UN ਯੂਨਾਈਟਿਡ ਨੇਸ਼ਨ WHO ਉਹਨਾਂ ਨੂੰ ਇਹ ਕਹਿੰਦਾ ਵਾਪਸੀ ਦੇ ਵਿੱਚ US ਪ੍ਰੈਜ਼ੀਡੈਂਟ ਕੈਨੇਡੀਅਨ ਪ੍ਰੈਜ਼ੀਡੈਂਟ ਉਹਨਾਂ ਨੂੰ ਇਹ ਕਹਿੰਦਾ ਵੀ ਠੀਕ ਹੈ ਅਸੀਂ ਤੁਹਾਡੇ ਬਿੱਲਾਂ ਦੇ ਵਿੱਚ ਇੰਟਰਫੀਅਰ ਨਹੀਂ ਕਰਦੇ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਰੋਨਾ ਕਰਕੇ ਇਹਨਾਂ ਬਿੱਲਾਂ ਨੂੰ ਤੁਸੀਂ ਐਜੀਟੇਸ਼ਨ ਲੈ ਲਓ, ਅਸੀਂ ਤੁਹਾਨੂੰ ਇਹ ਕਹਿੰਦੇ ਆ ਵੀ ਤੁਸੀਂ ਕਰੋਨਾ ਕਰਕੇ ਬਿੱਲ ਵਾਪਸ ਲੈ ਲਓ। ਓਕੇ। ਤੇ ਜਿੱਥੇ ਕਿ ਉਹਨਾਂ ਦੀ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਆਉਂਦੀ ਹੈ। ਪ੍ਰਾਈਮ ਮਿਨਿਸਟਰ ਟਰੂਡੋ ਨੇ ਬਹੁਤ ਹੀ ਵਧੀਆ ਜਿਹੜਾ ਭਾਸ਼ਣ ਦਿੱਤਾ, ਕੱਲ ਮੈਂ ਸੁਣਿਆ ਉਹਨੂੰ ਜੀ। ਮੇਰੀ ਗੱਲਬਾਤ ਵੀ ਹੋਈ ਆ ਉੱਥੇ ਤੇ ਉਸ ਗੱਲਬਾਤ 'ਚ ਇਹ ਝਲਕਦਾ ਵੀ ਇਹ ਜਿਹੜੇ ਕੰਟਰੀ ਨੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਇਹ ਮਨੁੱਖੀ ਅਧਿਕਾਰਾਂ ਵਾਸਤੇ ਲੜਦੇ ਆ। ਬਿਲਕੁਲ ਇਹ ਆਪਣੀ ਆਵਾਜ਼ ਹੁਣ ਵੀ ਬਣੇ ਆ, ਪਰ ਉਹਦੇ ਨਾਲ ਇੱਕ ਜਿਹੜਾ ਕਾਨੂੰਨੀ ਨੁਕਤਾ ਹੈ ਹਾਂਜੀ ਜਿਹਦੇ ਤੇ ਕਿ ਅੱਜ ਸਵੇਰੇ ਅਰੁਨਾਗ ਸਮਥਿੰਗ ਉਹਨਾਂ ਦਾ ਨਾਮ ਹੈ ਅਰਨਵ। ਹਾਂਜੀ ਅਰਨਵ ਅਨੁਰਾਗ ਅਰਨਵ, ਉਹਨਾਂ ਦਾ ਜਿਹੜਾ ਬਿਆਨ ਆਇਆ ਜੀ। ਅਰਨਾਗ ਵਾਸਤਵ ਹੈ ਜੀ ਉਹਨਾਂ ਦਾ ਨਾਮ। ਉਹ ਨੇ ਸਪੋਕਸਮੈਨ ਨੇ ਪ੍ਰਾਈਮ ਮਿਨਿਸਟਰ ਆਫਿਸ ਦੇ। ਉਹਨਾਂ ਦਾ ਅੱਜ ਸਵੇਰ ਦਾ ਬਿਆਨ ਹੈ ਬਈ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਸਾਡੇ ਜਿਹੜੇ ਇੰਟਰਨਲ ਮਾਮਲੇ ਆ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ, ਸਾਡੇ ਇਹਨਾਂ ਇੰਟਰਨਲ ਮਾਮਲਿਆਂ ਦੇ ਵਿੱਚ ਦਖਲ ਨਾ ਦੇਣ। ਤੇ ਕਿਤੇ ਨਾ ਕਿਤੇ ਇਹ ਗੱਲ ਉਹ ਸਾਰਿਆਂ ਨੂੰ ਕਹਿਣਗੇ, ਸਾਰੇ ਦੇਸ਼ਾਂ ਦੇ ਰਿਪਰੈਜ਼ੈਂਟੇਟਿਵ ਨੂੰ ਕਹਿਣਗੇ। ਪਰ ਜਦੋਂ ਪ੍ਰੈਜ਼ੀਡੈਂਟ ਟਰੂਡੋ ਜਾਂ ਸਾਡੇ ਜਿਹੜੇ ਨਵੇਂ ਇਲੈਕਟਡ ਜੋ ਬਾਈਡਨ ਪ੍ਰੈਜ਼ੀਡੈਂਟ ਨੇ, ਜਦੋਂ ਉਹਨਾਂ ਨੂੰ ਇਹ ਕੁਐਸਚਨ ਪੁੱਛਣਗੇ ਵੀ ਤੁਹਾਡੇ ਬਿੱਲਾਂ 'ਚ ਅਸੀਂ ਇੰਟਰਫੀਅਰ ਨਹੀਂ ਕਰਦੇ, ਪਰ ਸਾਨੂੰ ਤੁਸੀਂ ਇੱਕੋ ਸਵਾਲ ਦਾ ਜਵਾਬ ਦੇ ਦਿਓ ਕਿ ਤੁਹਾਨੂੰ ਆਹੀ ਸਹੀ ਸਮਾਂ ਲੱਭਿਆ ਪਿਛਲੇ 73 ਸਾਲਾਂ ਦੇ ਵਿੱਚ ਇਹਨਾਂ ਬਿੱਲਾਂ ਨੂੰ ਲਿਆਉਣ ਦਾ ਤੇ ਪਾਸ ਕਰਾਉਣ ਦਾ ਤੇ ਇਫੈਕਟਿਵ ਕਰਨ ਦਾ। ਜੀ ਖਿਆਲ ਹੈ ਇਹਦੇ ਉੱਤੇ ਉਹਨਾਂ ਦਾ ਜਵਾਬ ਤਲਬੀ ਬਣੂਗੀ ਤੇ ਮੇਰਾ ਖਿਆਲ ਹੈ ਵੀ ਇਹਨੂੰ ਵੱਡੇ ਪੱਧਰ ਤੇ ਲਿਜਾ ਕੇ ਉਹਨਾਂ ਦੀ ਜਵਾਬ ਤਲਬੀ ਲੈਣੀ ਇੰਟਰਨੈਸ਼ਨਲ ਕਮਿਊਨਿਟੀ ਦਾ ਫਰਜ਼ ਵੀ ਬਣਦਾ। ਓਕੇ ਜੀ। ਤੇ ਹੁਣ ਅਸੀਂ ਤੁਹਾਡੇ ਕੋਲ ਹਰਜੀਪਾਲ ਜੀ ਇਹ ਜਾਣਨਾ ਚਾਹਾਂਗੇ ਕਿ ਲੀਗਲ ਪੁਆਇੰਟ ਆਫ ਵਿਊ ਦੇ ਨਾਲ ਕਿਹੜੇ ਸਟੈਪ ਆ ਜਿਹੜੇ ਤੁਹਾਡੇ ਵੱਲੋਂ ਅਮਰੀਕਨ ਪੰਜਾਬੀਆਂ ਵੱਲੋਂ, ਅਮਰੀਕਨ ਸਿੱਖਾਂ ਵੱਲੋਂ ਚੁੱਕੇ ਜਾ ਰਹੇ ਨੇ? ਪਹਿਲੀ ਚੀਜ਼ ਤਾਂ ਜਿਹੜੀ ਕੀਤੀ ਗਈ ਹੈ ਜੀ, ਉਹ ਕੀਤੀ ਗਈ ਹੈ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਆ। ਓਕੇ। ਜਿੰਨੀਆਂ ਆਪਾਂ ਗੱਲਾਂ ਕੀਤੀਆਂ ਇਹਨਾਂ ਸਾਰਿਆਂ ਐਵੀਡੈਂਸਿਸ ਨੂੰ ਨਾਲ ਲਾ ਕੇ ਓਕੇ ਵੀ ਆ ਅਸੀਂ ਗੱਲ ਕਹਿਣਾ ਚਾਹੁੰਦੇ ਆ ਤੇ ਇਸ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਜੀ। ਓਕੇ। ਤੇ ਇਹਨੂੰ ਬਾਹਲਾ ਸਮਾਂ ਨਹੀਂ ਹੋਇਆ, ਤਕਰੀਬਨ 2 ਵੀਕ ਹੀ ਹੋਏ ਆ ਇਸ ਪ੍ਰੋਸੈਸ ਨੂੰ ਚੱਲਦੇ। ਉਹ ਪਟੀਸ਼ਨ ਪਾ ਦਿੱਤੀ ਹੈ ਜੀ? ਪਟੀਸ਼ਨ ਪਾ ਦਿੱਤੀ ਹੈ ਜੀ, ਬਿਲਕੁਲ। ਉਹ ਓਕੇ। UN ਦੇ ਵਿੱਚ ਤੇ ਉਹਨਾਂ ਨਾਲ ਜਿਹੜੀ ਰਸਮੀ ਗੱਲਬਾਤ ਹੋਈ ਹੈ ਜਿਹਦੇ ਤੇ ਉਹਨਾਂ ਨੇ ਇਹ ਕਮੈਂਟ ਕੀਤਾ ਵੀ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਉਹਨਾਂ ਦਾ ਕਮੈਂਟ ਕਰਨਾ ਬਣਦਾ ਇਹਦੇ ਉੱਤੇ। ਸੋ ਅਸੀਂ ਉਹਨਾਂ ਦੇ ਕਮੈਂਟ ਦੀ ਵੇਟ ਕਰਾਂਗੇ। ਉਹ ਇਨਵੈਸਟੀਗੇਸ਼ਨ ਕਰਨਗੇ ਵੀ ਕੀ ਵਾਕਈ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਉੱਥੇ ਵਾਕਈ ਹੀ ਜਿਹੜੀਆਂ ਗਾਈਡਲਾਈਨਸ ਨੇ ਸੋਸ਼ਲ ਡਿਸਟੈਂਸ ਦੀਆਂ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇਸ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਕਰਨਗੇ। ਇਹ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਤੇ ਮੈਨੂੰ ਪਤਾ ਵੀ ਇਹਦੇ ਆਪਣੇ ਕੋਲੇ ਲੱਖਾਂ ਦੇ ਹਿਸਾਬ ਦੇ ਵਿੱਚ ਪ੍ਰੂਫ ਨੇ। ਕਿਵੇਂ ਯੂਨਾਈਟਿਡ ਨੇਸ਼ਨ ਇਹਨੂੰ ਡਿਨਾਈ ਕਰ ਦੂਗਾ, ਕਿਵੇਂ WHO ਇਹਨੂੰ ਡਿਨਾਈ ਕਰ ਦੂਗਾ। ਸੋ ਆਪਣਾ ਕੇਸ ਸਟਰੋਂਗ ਹੋ ਚੁੱਕਿਆ ਹੈ। ਓਕੇ। ਫਾਈਲ ਹੋ ਗਿਆ। ਇੱਥੇ ਤੁਹਾਨੂੰ ਮੈਂ ਹੋਰ ਚੇਤੇ ਕਰਵਾ ਦਿਆਂ, ਕੱਲ 30 ਤਰੀਕ ਨੂੰ ਭਾਰਤ ਦੇ ਇਲਾਹਾਬਾਦ ਇਲਾਕੇ ਦੇ ਵਿੱਚ ਇਲੈਕਸ਼ਨਾਂ ਸਨ। ਉਹਨਾਂ ਇਲੈਕਸ਼ਨਾਂ ਦੇ ਵਿੱਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਦੀ ਤਾਦਾਦ ਦੇ ਵਿੱਚ ਪੂਰਾ ਇਲਾਹਾਬਾਦ ਇਕੱਠਾ ਹੋਇਆ ਸੀ ਵੋਟਾਂ ਦੇ ਲਈ। ਕਰੋਨਾ ਦੇ ਜਿਹੜੇ ਬਣੇ ਹੋਏ ਕਾਨੂੰਨ ਨੇ, ਲਾ ਨੇ, ਇੰਸਟਰਕਸ਼ਨਾਂ ਨੇ WHO ਦੀਆਂ, ਉਹਦੀਆਂ ਧੱਜੀਆਂ ਇਲਾਹਾਬਾਦ ਦੇ ਵਿੱਚ ਵੀ ਉਡਾਈਆਂ ਗਈਆਂ। ਇਹ ਵੀ ਨਾਲ ਐਡ ਕਰਨਾ ਬਣਦਾ ਹੈ
ਇਲਾਹਾਬਾਦ ਦੇ ਵਿੱਚ ਜਿਹੜੇ ਮਿਨਿਸਟਰ ਇੱਥੋਂ ਜਾਂਦੇ ਨੇ, ਬਕਾਇਦਾ ਹੋਮ ਮਿਨਿਸਟਰ ਉੱਥੇ ਭਾਸ਼ਣ ਦੇ ਰਿਹਾ ਜੀ ਔਰ ਲੋਕਾਂ ਦਾ ਐਡਾ ਵੱਡਾ ਜਮਘਟਾ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਉਹ ਬੜੀ ਵੱਡੀ ਉਲੰਘਣਾ ਹੈ। ਇਲੈਕਸ਼ਨਾਂ ਵਾਸਤੇ ਰੈਲੀ ਹੁੰਦੀ ਹੈ, ਉੱਥੇ ਕਰੋਨਾ ਖਤਮ, ਕਰੋਨਾ ਦੇ ਕਾਨੂੰਨ ਉੱਥੇ ਲਾਗੂ ਨਹੀਂ ਹੁੰਦੇ। ਜਦੋਂ ਕਿਸਾਨ ਰੈਲੀ ਕਰਦੇ ਆ ਬਾਰਡਰਾਂ ਦੇ ਉੱਤੇ, ਕਾਨੂੰਨ ਲਾਗੂ ਹੋ ਜਾਂਦੇ ਆ। ਇਹ ਬੜੀ ਵੱਡੀ ਅਵੱਗਿਆ। ਹਾਂਜੀ, ਸੋ ਕਾਨੂੰਨੀ ਤੌਰ ਦੇ ਉੱਤੇ ਹਰਜੀਪਾਲ ਸਿੰਘ ਉਹਨਾਂ ਨੇ ਯੂਨਾਈਟਿਡ ਨੇਸ਼ਨ ਨੂੰ ਜਿਹੜੀ ਇਹ ਪਟੀਸ਼ਨ ਪਾਈ ਹੈ, ਇਹਦੇ ਨਾਲ ਕੀ ਇਫੈਕਟ ਪੈ ਸਕਦਾ ਹੈ? ਸਾਰਿਆਂ ਤੋਂ ਵੱਡਾ ਇਫੈਕਟ ਜਿਹੜਾ ਪਊਗਾ ਜੀ, ਉਹ ਤਾਂ ਇਹ ਹੋਊਗਾ ਵੀ ਐਟ ਲੀਸਟ ਆਪਣੀ ਆਵਾਜ਼ ਦਿੱਲੀ ਗਵਰਨਮੈਂਟ ਤੱਕ ਪਹੁੰਚੂਗੀ ਵੀ ਸਾਡੇ ਜਿਹੜੇ ਸੁਹਿਰਦ ਬੰਦੇ ਸਾਰੇ ਵਰਲਡ ਦੇ ਵਿੱਚ ਬੈਠੇ ਆ, ਉਹਨਾਂ ਨੇ ਇਹ ਜਿਹੜੀ ਉਹਨਾਂ ਨੇ ਸਾਜ਼ਿਸ਼ ਕੀਤੀ ਸੀਗੀ, ਉਹਦੇ ਤੋਂ ਪਰਦਾਫਾਸ਼ ਕਰ ਦਿੱਤਾ। ਜਿਹੜੀ ਗੱਲ ਨੂੰ ਅਸੀਂ ਲੁਕੋ ਰਹੇ ਸੀਗੇ, ਉਹਦੇ ਤੋਂ ਪਰਦਾਫਾਸ਼ ਹੋ ਗਿਆ ਹੁਣ। ਤੇ ਹੁਣ ਜਿਹੜੀਆਂ ਅਗਲੀਆਂ ਗੱਲਾਂ ਆਪਾਂ ਕਰਨ ਜਾਵਾਂਗੇ, ਉਹਦੇ ਵਿੱਚ ਮੈਂ ਕੋਈ ਗੱਲਾਂ ਬਾਤਾਂ ਦੇ ਨਾਲ ਗੱਲ ਨਹੀਂ ਕਰਨੀ, ਕਿਉਂਕਿ ਜਿਹੜੇ ਕੋਰਟ ਕਚਹਿਰੀ ਹੁੰਦੇ ਆ, ਜਿਹੜੇ ਡਿਪਾਰਟਮੈਂਟਸ ਹੁੰਦੇ ਆ, ਉਹ ਗੱਲਾਂ ਨਹੀਂ ਸੁਣਦੇ ਹੈਗੇ। ਸੋ ਗੱਲਾਂ ਕਰਨ ਵਾਸਤੇ ਆਪਣੇ ਕੋਲੇ ਬਹੁਤ ਟਾਈਮ ਪਿਆ। ਜੇ ਆਪਾਂ ਇੱਥੇ ਆ ਕੇ ਪੜ੍ਹ ਲਿਖ ਕੇ ਇਹ ਸਿਸਟਮ ਨੂੰ ਜਾਣਿਆ ਤੇ ਉਸ ਪੜ੍ਹਾਈ ਨੂੰ ਅੱਜ ਐਕਚੁਅਲ ਆਪਣੇ ਪੰਜਾਬ ਵਾਸਤੇ ਕਿਵੇਂ ਵਰਤਣਾ ਤੇ ਕਿਵੇਂ ਇਸ ਸਿਸਟਮ ਦੇ ਵਿੱਚ ਜਾਣਾ, ਜਾਂ ਉਹ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਆ, ਉਹਦੇ ਤੋਂ ਅੱਜ ਇੱਕ ਪਰਦਾਫਾਸ਼ ਕਰਨ ਦਾ ਜਿਹੜਾ ਪਲਾਨ ਹੈਗਾ ਉਹ ਬਣ ਚੁੱਕਿਆ। ਸੋ ਉਹਦੇ ਮਗਰ ਕੀ ਸੱਚ ਹੈ, ਅਸੀਂ ਉਹਨੂੰ ਚੈੱਕ ਕਰ ਲਿਆ ਤੇ ਉਸ ਚੈੱਕ ਦੇ ਉੱਤੇ, ਉਸ ਰਿਜ਼ਲਟ ਦੇ ਉੱਤੇ ਅਸੀਂ ਬਿਲਕੁਲ ਕੌਨਫੀਡੈਂਟ ਹਾਂ। ਹੁਣ ਨੈਕਸਟ ਸਟੈਪ ਇਹ ਹੈ ਵੀ ਯੂਐਨਓ ਨੂੰ ਉਸ ਸਟੈਪ ਦੇ ਉੱਤੇ ਖੜਾ ਕਰਨਾ, ਤੇ ਯੂਐਨਓ ਜਦੋਂ ਉਸ ਸਟੈਪ ਦੇ ਉੱਤੇ ਖੜਾ ਹੋ ਗਿਆ, ਸਾਰੇ ਕੰਟਰੀਆਂ ਨੂੰ ਉਹਨਾਂ ਨੇ ਲਾਮਬੰਦ ਕਰ ਦਿੱਤਾ ਤੇ ਇਹ ਡਿਕਲੇਅਰ ਕਰ ਦਿੱਤਾ ਵੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈਗੀ ਇਹ ਇੰਡੀਅਨ ਗਵਰਨਮੈਂਟ ਨੇ ਕੀਤੀ ਹੈ। ਸੋ ਇਹਦੇ ਵਾਸਤੇ ਜਿਹੜੀ ਇਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਵਾਹ ਜੀ ਵਾਹ। ਤੇ ਇੱਕ ਹੁਣ ਤੁਹਾਡੇ ਤੋਂ ਹੋਰ ਜਾਣਨਾ ਚਾਹੂੰਗੀ ਕਿ ਫਿਊਚਰ ਪਲਾਨਸ ਕੀ ਹੈਗੇ ਆ, ਕਿਵੇਂ ਬਾਕੀ ਜਿਹੜੇ ਕਹਿ ਲਓ ਕਿ ਅਮਰੀਕਾ ਦੇ ਜਾਂ ਪੂਰੀ ਦੁਨੀਆ ਦੇ ਜਾਂ ਕੈਨੇਡਾ ਦੇ ਜਿੰਨੇ ਪੰਜਾਬੀ NRI ਅਸੀਂ ਇੱਥੇ ਆ, ਉਹ ਕਿਵੇਂ ਇਸ ਸਾਰੇ ਕਾਸੇ ਨੂੰ ਦੇਖ ਰਹੇ ਹੈਗੇ ਆ? ਓਕੇ, ਪਹਿਲਾਂ ਜਿਵੇਂ ਮੈਂ ਕਿਹਾ ਜੀ, ਮੇਰੇ ਨਾਲੋਂ ਬਾਕੀਆਂ ਨੂੰ ਵੱਧ ਨੌਲੇਜ ਹੋਊਗੀ ਵੀ ਇਸ ਸੰਘਰਸ਼ ਨੂੰ ਕਿਵੇਂ ਦੇਖਣਾ ਹੈਗਾ ਜੀ, ਵੱਧ ਨੌਲੇਜ ਹੋਊਗੀ। ਪਰ ਜਿਹੜੇ ਆਸਪੈਕਟਸ ਦੇ ਨਾਲ ਅਸੀਂ ਉਹਨੂੰ ਦੇਖ ਰਹੇ ਹਾਂ ਜੀ, ਉਹਦੇ ਮੁਤਾਬਕ ਇਹ ਹੈ ਵੀ ਅਸੀਂ ਆਪਣਾ ਜਿਹੜਾ ਪਹਿਲਾ ਫਰਜ਼ ਸੀਗਾ ਯੂਨਾਈਟਿਡ ਨੇਸ਼ਨ ਦੇ ਵਿੱਚ ਕੇਸ ਲਾਉਣ ਦਾ, ਉਹ ਅਦਾ ਕਰ ਦਿੱਤਾ। ਓਕੇ ਜੀ। ਦੂਸਰਾ ਪਲੇਟਫਾਰਮ ਹੈ ਜੀ ਸਾਡੇ ਕੋਲੇ, ਵਾਈਟ ਹਾਊਸ ਨੂੰ ਪਟੀਸ਼ਨ ਪਾਈ ਜਾ ਸਕਦੀ ਹੈ ਕਿਸੇ ਵੀ ਸਿਟੀਜ਼ਨ ਵੱਲੋਂ ਜਾਂ ਕਿਸੇ ਆਰਗੇਨਾਈਜੇਸ਼ਨ ਵੱਲੋਂ। ਓਕੇ, ਸੋ ਵਾਈਟ ਹਾਊਸ ਦਾ ਪਟੀਸ਼ਨ ਦੀ ਗੱਲ ਵਾਸਤੇ ਮੈਂ ਤੁਹਾਨੂੰ ਇੱਥੇ ਰੋਕਦਾ। ਤੁਸੀਂ ਇਸ ਪਟੀਸ਼ਨ ਦੀ ਗੱਲ ਕਰ ਰਹੇ ਹੋ ਜਿਹੜੀ ਆ ਸਾਹਮਣੇ ਦਿਖਾਈ ਦੇ ਰਹੀ ਹੈ। ਇਹ ਪਟੀਸ਼ਨ ਆਲਰੇਡੀ ਇਹਦੇ ਵਿੱਚ ਤਾਂ ਕਾਫੀ ਦਸਤਖਤ ਹੋ ਚੁੱਕੇ ਹੈ। ਕਿੰਨੇ ਦਸਤਖਤ ਹੋਰ ਚਾਹੀਦੇ ਨੇ ਇਸ ਪਟੀਸ਼ਨ ਦੇ ਲਈ? ਕਿੰਨੇ ਲੋਕ ਸਾਈਨ ਕਰਨ ਤਾਂ ਜੋ ਉਹਦੇ ਨਾਲ ਅਸਰ ਹੋ ਸਕੇ ਤੇ ਅੱਗੇ ਕਾਰਵਾਈ ਕੀਤੀ ਜਾ ਸਕੇ? ਜੀ, ਜਿਹੜੀ ਇਹ ਪਟੀਸ਼ਨ ਤੁਸੀਂ ਦੇਖ ਰਹੇ ਹੋ ਜੀ, ਇਹ ਇੰਗਲਿਸ਼ ਦੇ ਵਿੱਚ ਲਿਖੀ ਹੈ। ਮੈਂ ਥੋੜਾ ਜਿਹਾ ਇਹਦਾ ਪੰਜਾਬੀ ਦੇ ਵਿੱਚ ਇਹਨੂੰ ਟਰਾਂਸਲੇਟ ਵੀ ਕਰ ਦਿੰਦਾ ਤੇ ਇਹਨੂੰ ਥੋੜਾ ਜਿਹਾ ਐਲੈਬੋਰੇਟ ਕਰ ਦਿੰਦਾ ਜੀ। ਬਿਲਕੁਲ। ਇਹਦੇ ਵਿੱਚ ਇਹ ਲਿਖਿਆ ਜੀ ਵੀ ਅਸੀਂ ਗਵਰਨਮੈਂਟ ਨੂੰ ਇਹ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਬਿੱਲਾਂ ਦੇ ਮਗਰ ਦਾ ਜਿਹੜਾ ਸੱਚ ਹੈ ਉਹਦਾ ਪਰਦਾਫਾਸ਼ ਕੀਤਾ ਜਾਵੇ ਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਨੂੰ ਪ੍ਰੋਟੈਕਟ ਕੀਤਾ ਜਾਵੇ। ਵਾਹ, ਓਕੇ। ਜਿਹੜਾ ਸਾਡਾ ਮੁੱਦਾ ਹੈ ਜੀ, ਮੇਨ ਮੁੱਦਾ ਤੁਹਾਡਾ ਸਬਜੈਕਟ ਜਿਹੜਾ ਇਸ ਸਾਰੀ ਪਟੀਸ਼ਨ ਦਾ, ਇਹ ਸਾਰੇ ਸੰਸਾਰ ਨੂੰ ਦੇਣ ਦਾ, ਉਹ ਇਹ ਹੈ ਵੀ ਇਹਨਾਂ ਮਨੁੱਖੀ ਅਧਿਕਾਰਾਂ ਨੂੰ ਬਚਾਉਣਾ ਕਿਵੇਂ ਹੈਗਾ। ਓਕੇ, ਸੋ ਵੀ ਦ ਪੀਪਲ ਰਿਕੁਐਸਟ ਫੈਡਰਲ ਗਵਰਨਮੈਂਟ ਟੂ ਐਕਸਪੋਜ਼ ਟਰੁਥ ਬਿਹਾਈਂਡ ਜਿਹੜਾ ਇੰਡੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹਦੇ ਬਾਬਤ ਬਿਹਾਈਂਡ ਦ ਹਿਊਮਨ ਰਾਈਟ ਵਾਇਲੇਸ਼ਨ। ਯਾ ਬਿਲਕੁਲ। ਸੋ ਉਸ ਤੋਂ ਬਾਅਦ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਜੀ ਵੀ ਕਿਵੇਂ ਉੱਥੇ ਇੱਕ ਵੱਡਾ ਜੈਨੋਸਾਈਡ ਹੋਣ ਦੀ ਤਿਆਰੀ ਹੋ ਰਹੀ ਹੈ। 1984 ਦੇ ਵਿੱਚ ਜਿਹੜਾ ਜੈਨੋਸਾਈਡ ਹੋਇਆ ਉਹਨੂੰ ਰੋਕਿਆ ਨਹੀਂ ਜਾ ਸਕਿਆ ਸੀਗਾ ਜੀ, ਹੋ ਗਿਆ। ਉਹ ਸਾਡਾ ਪਾਸਟ ਹੈ, ਬੜਾ ਦੁਖਦਾਈ ਹੈ ਪਰ ਪਾਸਟ ਹੈ। ਜੇ ਸਾਡਾ ਵਸ ਚੱਲੇ ਤਾਂ ਅੱਜ ਵੀ ਅਸੀਂ ਉਹਨੂੰ ਸਾਰਾ ਕੁਝ ਢਾਹ ਕੇ ਬਣਾਉਣਾ ਹੋਵੇ ਤੇ ਅਸੀਂ ਉਹਦੇ ਤੇ ਬੜੇ ਵੱਡੇ ਸੰਘਰਸ਼ ਕਰਾਂਗੇ ਵੀ ਉਹ ਜਿਹੜਾ 1984 ਦਾ ਜਿਹੜਾ ਘੱਲੂਘਾਰਾ ਸੀ ਉਹਨੂੰ ਰੋਕਿਆ ਜਾ ਸਕਦਾ ਕਿਸੇ ਵੀ ਤਰੀਕੇ ਦੇ ਨਾਲ, ਭਾਵੇਂ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈ ਸਕਦੀਆਂ ਸੀ ਉਹਦੇ ਵਾਸਤੇ। ਜੀ,
ਇਹਦੇ ਵਿੱਚ ਇਹ ਹੈ ਵੀ ਹੁਣ ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਕਹਿ ਰਿਹਾਗਾ ਵੀ ਇੱਕ ਹੋਰ ਘੱਲੂ ਘਾਰਾ ਹੋਣ ਜਾ ਰਿਹਾ ਜਿਹਨੂੰ ਕਿ ਅਸੀਂ ਰੋਕ ਸਕਦੇ ਹਾਂ। ਤੇ ਅਸੀਂ ਇਹ ਜਿਹੜੀ ਗੁਹਾਰ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਲਾਈ ਹੈ ਵੀ ਇਸ ਘੱਲੂ ਘਾਰੇ ਨੂੰ ਰੋਕਿਆ ਜਾਵੇ। ਇਹ ਨਾ ਹੋਵੇ ਵੀ 2021 ਦੇ ਵਿੱਚ ਜਾਂ 22 ਦੇ ਵਿੱਚ ਜਾ ਕੇ ਗੱਲ ਕੀਤੀ ਜਾਵੇ ਵੀ ਇਹ ਘੱਲੂ ਘਾਰਾ ਰੋਕਿਆ ਜਾ ਸਕਦਾ ਸੀ। ਸੋ ਅਸੀਂ ਹੁਣ ਪ੍ਰੈਜ਼ੈਂਟ ਦੇ ਵਿੱਚ ਜਿਉਂ ਕਿ ਇਸ ਚੀਜ਼ ਦੀ ਜਿਹੜੀ ਲੜਾਈ ਹੈ ਉਹਨੂੰ ਲੜਨ ਜਾ ਰਹੇ ਹਾਂਗੇ। ਸੋ ਉਹਦੇ ਵਿੱਚ ਇਹੀ ਚੀਜ਼ ਪੇਸ਼ ਕੀਤੀ ਗਈ ਹੈ ਵੀ ਕੋਵਿਡ-19 ਆਉਂਦਾ ਤੇ ਇਹਨਾਂ ਨੂੰ ਉਹ ਜਿਹੜਾ 12-13 ਸਾਲਾਂ ਤੋਂ ਠੰਡੇ ਬਸਤੇ 'ਚ ਪਿਆ ਬਿੱਲ, ਜਿਹੜੇ ਤੋਂ ਉਹਨਾਂ ਨੂੰ ਡਰ ਲੱਗਦਾ ਸੀਗਾ ਵੀ ਜੇ ਇਹ ਬਿੱਲ ਪਾਸ ਕੀਤਾ ਤਾਂ ਲੋਕਾਂ ਨੇ ਇਹ ਬਿੱਲ ਪਾਸ ਨਹੀਂ ਹੋਣ ਦੇਣਾ, ਇਹ ਜਨ ਸੈਲਾਬ ਆ ਜਾਣਾ ਸਾਡੇ ਦਿੱਲੀ ਦੇ ਵਿੱਚ। ਇਹ ਗੱਲਾਂ ਉਹਨਾਂ ਨੂੰ ਪਹਿਲਾਂ ਪਤਾ ਸੀਗੀਆਂ ਜੀ। ਉਹਨਾਂ ਨੂੰ ਇਹ ਲੱਗਿਆ ਕਰੋਨਾ ਵਾਇਰਸ ਆਇਆ ਹੋਇਆ ਤੇ ਅਸੀਂ ਨਾਲੇ ਤਾਂ ਆਪਣੇ ਬਿੱਲ ਪਾਸ ਕਰਾ ਲੈਂਦੇ ਆ, ਤੇ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਕਹਿਣ ਜਾ ਰਿਹਾ ਉਹ ਬੜੀ ਸਨਸਨੀਖੇਜ਼ ਹੈਗੀ। ਅੱਛਾ। ਨਾਲੇ ਤਾਂ ਅਸੀਂ ਆਪਣੇ ਬਿੱਲ ਪਾਸ ਕਰਾ ਲੈਂਦੇ ਆ, ਨਾਲੇ ਇਸ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਕਰੋੜਾਂ ਡਾਲਰ ਇਕੱਠਾ ਕਰ ਲੈਂਦੇ ਆ। ਉਹ ਕਿਵੇਂ? ਇਹ ਕਰੋੜਾਂ ਡਾਲਰ ਕਿਵੇਂ ਇਕੱਠੇ ਕਰ ਲੈਣਗੇ ਜੀ? ਇਹਦੇ ਬਾਰੇ ਥੋੜਾ ਜਿਹਾ ਡੀਟੇਲ ਚ ਦੱਸੋ ਸਾਨੂੰ। ਕਰੋੜਾਂ ਡਾਲਰ ਇਕੱਠੇ ਕਰਨਗੇ ਜੀ। ਹੁਣ ਗੱਲ UNO ਤੱਕ, WHO ਤੱਕ ਨਹੀਂ ਰਹਿ ਗਈ ਜੀ, ਵਾਈਟ ਹਾਊਸ ਤੱਕ ਨਹੀਂ ਰਹਿ ਗਈ। ਹੁਣ ਗੱਲ ਆ ਗਈ ਹੈ ਜੀ ਵੀ ਆਪਾਂ ਉੱਥੇ ਪੈਸੇ ਭੇਜ ਰਹੇ ਹਾਂ। ਮੈਂ ਗੱਲ ਇੱਥੋਂ ਸਟਾਰਟ ਕਰਦਾ। ਆਰਥਿਕ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ। ਆਪਣੇ ਕਿਸਾਨਾਂ ਦੀ, ਆਪਣੇ ਭਰਾਵਾਂ ਦੀ ਬੜੀ ਕਿਰਤ ਕਮਾਈ ਦੇ ਵਿੱਚੋਂ ਥੋੜੇ ਪੈਸੇ ਭੇਜ ਕੇ ਵੀ ਆਪਾਂ ਉਹਨਾਂ ਦੀ ਹੈਲਪ ਕਰਨਾ ਅੱਜ ਚਾਹੁੰਦੇ ਹਾਂਗੇ। ਹਰੇਕ ਪੰਜਾਬੀ ਦਾ ਦਿਲ ਉੱਥੇ ਧੜਕਦਾ ਹੈ। ਆਪਾਂ ਆਪਣੀ ਮੂਵਮੈਂਟ ਨੂੰ ਚਲਾ ਰਹੇ ਹਾਂਗੇ ਜੀ, ਪਰ ਇੱਕ ਪਰਦੇ ਦੇ ਪਿੱਛੇ ਇੱਕ ਚੀਜ਼ ਹੋਰ ਹੋ ਰਹੀ ਹੈਗੀ ਵੀ ਇੰਡੀਅਨ ਗਵਰਨਮੈਂਟ ਇਸ ਚੀਜ਼ ਤੋਂ ਕਿਵੇਂ ਪੈਸਾ ਕਮਾ ਰਹੀ ਹੈ। ਅੱਛਾ। ਜਿੰਨਾ ਪੈਸਾ ਉਹਨਾਂ ਨੇ ਹੁਣ ਤੱਕ ਇਹਦੇ ਚੋਂ ਕਮਾ ਲਿਆ, ਜੇ ਆਪਾਂ ਅਗਲੇ 100 ਸਾਲ ਵੀ ਉੱਥੇ ਪੈਸੇ ਭੇਜੀ ਜਾਈਏ ਨਾ ਤੇ ਉਹ ਪੈਸੇ ਪੂਰੇ ਨਹੀਂ ਹੋ ਸਕਦੇ। ਅੱਛਾ ਜੀ, ਬਰਾਬਰੀ ਨਹੀਂ ਕਰ ਸਕਦੇ ਜਿੰਨੇ ਉਹਨਾਂ ਨੇ ਕਮਾ ਲੈਣੇ ਹੈਗੇ। ਓਕੇ। ਇਸ ਵਾਸਤੇ ਮੇਰੇ ਕੋਲੇ ਬਿਲਕੁਲ ਜਿਹੜੇ ਪ੍ਰੂਫ ਨੇ ਜੀ, ਤੁਹਾਨੂੰ ਪਤਾ ਜੀ ਕੋਰਟ ਦੇ ਵਿੱਚ ਐਵੀਡੈਂਸ ਚੱਲਣੇ ਆ। ਬਿਲਕੁਲ ਉਹਦੇ ਵਾਸਤੇ ਜਿਹੜੇ ਐਵੀਡੈਂਸਾਂ ਦੀ ਕੜੀ ਦੇ ਵਿੱਚ ਇੱਕ ਜਿਹੜੀ ਚੀਜ਼ ਮੈਂ ਤੁਹਾਨੂੰ ਅੱਜ ਪੇਸ਼ ਕਰਨ ਜਾ ਰਿਹਾ, ਐਵੀਡੈਂਸ ਬਹੁਤ ਨੇ ਪਰ ਉਹਦੇ ਵਿੱਚ ਜਿਹੜੀ ਮੈਂ ਕੜੀ ਪੇਸ਼ ਕਰਨ ਜਾ ਰਿਹਾ ਉਹ ਹੈ ਜੀ ਪ੍ਰੈਸ ਰਿਲੀਜ਼ ਕੀਤੀ ਹੈ ਜੀ ਵਰਲਡ ਬੈਂਕ ਨੇ ਮਈ 14 2020 ਦੇ ਵਿੱਚ। ਓਕੇ, 14 ਮਈ 2020 ਦੇ ਵਿੱਚ ਪ੍ਰੈਸ ਰਿਲੀਜ਼ ਕੀਤੀ ਹੈ। ਹਾਂਜੀ, ਇਹ ਕਿਹਨਾਂ ਵੱਲੋਂ ਹੈ ਪ੍ਰੈਸ ਰਿਲੀਜ਼ ਜੀ? ਇਹ ਪ੍ਰੈਸ ਰਿਲੀਜ਼ ਹੈ ਜੀ ਵਰਲਡ ਬੈਂਕ ਵੱਲੋਂ। ਓਕੇ, ਹੋਲਡ ਕਰਿਓ, ਸਾਡੇ ਦਰਸ਼ਕਾਂ ਨੂੰ ਮੈਂ ਦਿਖਾ ਦਿਆਂ ਕਿ ਪ੍ਰੈਸ ਰਿਲੀਜ਼ ਇਹ ਹੈ। ਇਹ ਜਿਹੜੀ ਰਿਲੀਜ਼ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ, ਵਰਲਡ ਬੈਂਕ ਵੱਲੋਂ ਇਹ ਪ੍ਰੈਸ ਰਿਲੀਜ਼ ਹੋਈ ਹੈ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆ ਰਹੀ ਹੈ। ਹਾਂਜੀ ਜੀ, 14 ਮਈ 2020 ਨੂੰ ਇਹ ਪ੍ਰੈਸ ਰਿਲੀਜ਼ ਆਉਂਦੀ ਹੈ ਤੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਲਿਖਿਆ ਗਿਆ ਜੀ ਵੀ ਅਸੀਂ $1 ਬਿਲੀਅਨ ਇਫੈਕਟਿਵ ਇਮੀਡੀਏਟਲੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਰਿਲੀਜ਼ ਕਰਦੇ ਹਾਂ ਕਰੋਨਾ ਦੇ ਨਾਲ ਲੜਨ ਵਾਸਤੇ। ਵਾਓ, ਅੱਛਾ ਜੀ। 1 ਬਿਲੀਅਨ ਜੇ ਮੈਂ ਦਰਸ਼ਕਾਂ ਨੂੰ ਦੱਸਣਾ ਹੋਵੇ ਤੇ ਇਹ ਤਕਰੀਬਨ 700 ਤੋਂ 750 ਕਰੋੜ ਰੁਪਈਆ ਬਣਦਾ। 750 ਕਰੋੜ ਰੁਪਈਆ, ਹਾਂਜੀ। ਓਕੇ, 750 ਕਰੋੜ ਰੁਪਈਆ ਉਹਨਾਂ ਨੇ ਰਿਲੀਜ਼ ਕਰ ਦਿੱਤਾ ਜੀ ਇਹਨਾਂ ਨੂੰ ਮਈ 14 2020 ਨੂੰ। ਅੱਛਾ ਜੀ। ਤੇ ਜਿਹੜੀਆਂ ਐਪਲੀਕੇਸ਼ਨਾਂ ਵਰਲਡ ਬੈਂਕ ਨੂੰ ਲਾਈਆਂ ਗਈਆਂ ਉਹਦੀਆਂ ਵੀ ਅਸੀਂ ਕਾਪੀਆਂ ਲੈ ਲਈਆਂ ਉਹਨਾਂ ਤੋਂ। ਅੱਛਾ ਜੀ। ਸਾਡੇ ਕਿਸਾਨਾਂ ਦੇ ਨਾਂ ਤੇ, ਸਾਡੇ ਕਿਰਤੀਆਂ ਦੇ ਨਾਂ ਦੇ ਉੱਤੇ ਇਹਦੇ ਵਿੱਚ ਵੀ ਪਟੀਸ਼ਨ, ਇਹਦੇ ਰਿਲੀਜ਼ ਦੇ ਵਿੱਚ ਵੀ ਤੁਸੀਂ ਦੇਖੋਗੇ ਉਹਨਾਂ ਨੇ ਬੋਲਿਆ ਵੀ ਸਾਡਾ ਜਿਹੜਾ ਮਿਨੀਮਮ ਵੇਜ ਸਿਸਟਮ ਹੈ ਉਹ ਹੈਗਾ $3 ਪਰ ਮੰਥ। ਅੱਛਾ ਜੀ, $3 ਪਰ ਮੰਥ। $3 ਪਰ ਮੰਥ। ਹੁਣ ਅਸੀਂ ਉਹਨਾਂ ਨੇ ਵਰਲਡ ਬੈਂਕ ਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਦੱਸੋ ਵੀ ਅਸੀਂ ਇੰਨੇ ਕੁ ਪੈਸਿਆਂ ਦੇ ਨਾਲ ਲੋਕ ਇਸ ਲੜਾਈ ਨੂੰ ਕਿਵੇਂ ਲੜਨ। ਅੱਛਾ ਜੀ। ਤੇ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਜਿੰਨੀ ਹੈਲਪ ਹੋ ਸਕਦੀ ਹੈ ਕਰਾਂਗੇ। ਉਹਨਾਂ ਕੋਲੇ ਇਸ ਟਾਈਮ ਜਿਹੜਾ ਫੰਡ ਇਕੱਠਾ ਹੋਇਆ ਵਰਲਡ ਬੈਂਕ ਦੇ ਕੋਲੇ, ਉਹਦੀ ਟੋਟਲ ਅਮਾਉਂਟ ਹੈ 10,000 ਕਰੋੜ ਰੁਪਈਆ। ਜੇ ਰੁਪਈਆਂ 'ਚ ਗੱਲ ਕਰਾਂ ਤੇ ਜੇ ਡਾਲਰਾਂ 'ਚ ਕਰਨੀ ਹੈ $14 ਬਿਲੀਅਨ ਉਹਨਾਂ ਕੋਲੇ, ਉਹਨਾਂ ਨੇ ਇਸ ਚੀਜ਼ ਨੂੰ ਐਲੋਕੇਟ ਕੀਤਾ।
ਸਾਰੇ ਵਰਲਡ ਵਾਸਤੇ। ਅੱਛਾ ਜੀ। ਜਿਹਦੇ ਚ 750 ਕਰੋੜ ਆਲਰੇਡੀ ਭਾਰਤ ਲੈ ਚੁੱਕਿਆ। ਤੇ ਓਕੇ। 2021 ਦੇ ਵਿੱਚ ਉਹਨਾਂ ਨੇ ਇਸੇ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਵੀ ਅਸੀਂ 1 ਬਿਲੀਅਨ ਹੋਰ ਦੇਣ ਦੀ ਜਿਹੜੀ ਹੈਗੀ ਉਹ ਕਮਿਟਮੈਂਟ ਕਰਦੇ ਹਾਂ। ਵਾਹ ਜੀ ਵਾਹ। ਇੱਥੇ ਰੁਕੋ ਹੁਣ ਜਰਾ 1 ਮਿੰਟ। 750 ਕਰੋੜ ਲੈ ਗਏ, ਕੀ ਬਾਕੀ ਜਿਹੜਾ 750 ਕਰੋੜ ਦੀ ਕਮਿਟਮੈਂਟ ਹੈ ਉਹਦੇ ਬਾਬਤ ਤੁਸੀਂ ਵਰਲਡ ਬੈਂਕ ਨੂੰ ਆ ਜਿਹੜਾ ਦਾਵਾ ਠੋਕ ਰਹੇ ਹੋ ਇਸ ਸੰਬੰਧੀ ਸੁਚੇਤ ਕੀਤਾ, ਉਹਨਾਂ ਨੂੰ ਦੱਸਿਆ? ਬਿਲਕੁਲ ਕੀਤਾ ਜੀ। ਉਹਨਾਂ ਨੂੰ ਪਾਰਟੀ ਬਣਾਇਆ ਗਿਆ ਜੀ। ਇਹਦੇ ਵਿੱਚ ਪਾਰਟੀ ਬਣਾਇਆ ਗਿਆ, ਉਹਨਾਂ ਨੂੰ ਪਾਰਟੀ ਬਣਾਇਆ ਗਿਆ ਵੀ ਤੁਸੀਂ ਵੀ ਇਸ ਗੱਲ ਤੇ ਜਵਾਬ ਦਿਓ ਵੀ ਤੁਸੀਂ ਇਹ ਸਾਡਾ ਇੰਟਰਨੈਸ਼ਨਲ ਕਮਿਊਨਿਟੀ ਦਾ ਜਿਹੜਾ ਇਹ ਪੈਸਾ ਹੈ ਕਰੋੜਾਂ ਡਾਲਰ, ਕੀ ਤੁਸੀਂ ਇਹ ਬਿਨਾਂ ਇਨਵੈਸਟੀਗੇਸ਼ਨ ਤੋਂ ਹੀ ਦੇਈ ਜਾਂਦੇ ਹੋ? ਕੀ ਤੁਸੀਂ ਇਹਦੇ ਪਿੱਛੇ ਕੋਈ ਇਨਵੈਸਟੀਗੇਸ਼ਨ ਕਰਦੇ ਹੋ? ਉੱਥੇ ਕੀ ਹੋ ਰਿਹਾ? ਕੀ ਉਹ ਵਾਕਈ ਕਰੋਨਾ ਨਾਲ ਲੜ ਰਹੇ ਆ? ਉਹ ਕਰੋਨਾ ਨਾਲ ਲੜ ਨਹੀਂ ਰਹੇ, ਉਹ ਕਰੋਨਾ ਤੋਂ ਪੈਸੇ ਕਮਾ ਕੇ ਉਹ ਕੰਮ ਪੂਰੇ ਕਰ ਰਹੇ ਹੈਗੇ ਜਿਹੜੇ ਕਿ ਉਹਨਾਂ ਦੇ ਪਿਛਲੇ 20 ਸਾਲਾਂ ਤੋਂ ਪੈਂਡਿੰਗ ਪਏ ਸੀਗੇ। ਦੇਖੋ ਤੇ ਇਹ ਕਰੋਨਾ ਦੀ ਆੜ ਦੇ ਵਿੱਚ ਨੈਸ਼ਨਲ ਕਮਿਊਨਿਟੀ ਦੀ ਇਹ ਹੁਣ ਫਰਜ਼ ਬਣਦਾ ਅਸੀਂ ਇਹ ਜਿਹੜਾ ਉਹਨਾਂ ਨੇ ਸਕੈਮ ਚਲਾਇਆ ਉਹ ਅਸੀਂ ਉਹਦਾ ਪਰਦਾਫਾਸ਼ ਕਿਵੇਂ ਕਰਨਾ। ਓਕੇ। ਇਹ ਗੱਲਾਂ ਵਰਲਡ ਬੈਂਕ ਤੱਕ, ਕਿਉਂਕਿ ਉਹ ਇਕੱਠੇ ਹੈ। ਮੇਰੀ ਇੱਕ ਗੱਲ ਨੂੰ ਤੁਸੀਂ ਨਾ ਜੀ ਇਸ ਗੱਲ ਦਾ ਕਮਿਊਨਿਟੀ ਗੁੱਸਾ ਵੀ ਨਾ ਕਰੇ, ਕਿਉਂਕਿ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਕੌੜੀਆਂ ਹੁੰਦੀਆਂ ਨੇ, ਪਰ ਉਹਨਾਂ ਦੇ ਜਿਹੜੀ ਪਿੱਛੇ ਦੀ ਜਿਹੜੀ ਮਨਸ਼ਾ ਹੁੰਦੀ ਹੈ ਉਹ ਚੰਗੀ ਹੁੰਦੀ ਹੈ ਜੀ। ਜਿਵੇਂ ਆਪਾਂ ਦੇਖਿਆ ਵੀ ਪੰਜਾਬ ਦੇ ਵਿੱਚ ਪਹਿਲੇ ਤਾਂ ਗੱਲ ਉਹਨਾਂ ਨੂੰ ਇਹ ਸੀਗਾ, ਬਾਦਲ ਗਵਰਨਮੈਂਟ ਨੂੰ ਸਭ ਨੂੰ ਇਹ ਸੀਗਾ ਵੀ ਇਹ ਜਿਹੜੇ ਕਿਸਾਨ ਹੈ ਇਹ ਕਦੇ ਇਕੱਠੇ ਨਹੀਂ ਹੋ ਸਕਦੇ। ਜੀ ਜੀ ਬਿਲਕੁਲ। 30 ਜਥੇਬੰਦੀਆਂ ਨੇ, ਇਹ ਤਾਂ 4 ਦਿਨ ਵੀ ਇਕੱਠੇ ਨਹੀਂ ਰਹਿਣਗੇ। ਬਿਲਕੁਲ। ਪਰ ਜਿਹੜੇ ਗੁਰੂ ਦੀ ਕਿਰਪਾ ਹੋਈ ਹੈ ਤੇ ਇਹ 30 ਜਥੇਬੰਦੀਆਂ ਅੱਜ ਜਿੱਥੋਂ ਸਟਾਰਟ ਹੋਈਆਂ ਸੀ ਉੱਥੇ ਹੀ ਖੜੀਆਂ ਨੇ। ਇਹਦੇ 'ਚ ਵੀ ਉਹ ਫੇਲ ਹੋ ਗਏ। ਸੋ ਜਿਹੜੇ ਨੌਜਵਾਨ ਨੂੰ ਨਸ਼ਈ ਕਿਹਾ ਜਾ ਰਿਹਾ ਸੀਗਾ, ਅੱਜ ਉਹ ਬੈਰੀਕੇਡ ਤੋੜ ਰਿਹਾ ਕਿਸਾਨਾਂ ਵਾਸਤੇ, ਆਪਣੇ ਪੰਜਾਬ ਵਾਸਤੇ। ਜੀ। ਸੋ ਉਹ ਇਕੱਠੇ ਹੋ ਗਏ ਆ ਤੇ ਹੁਣ ਆਪਾਂ ਨੂੰ ਜਿਹੜੀ ਲੋੜ ਹੈ, ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿਸ ਚੀਜ਼ ਦੀ ਲੋੜ ਹੈਗੀ? ਜਿਹੜੀਆਂ ਇਹ ਗੱਲਾਂ ਕੀਤੀਆਂ ਜਾਂ ਜਿਹੜੀਆਂ ਹੁਣ ਮੈਂ ਅੱਗੋਂ ਕਰਨ ਜਾ ਰਿਹਾ, ਇਹਨਾਂ ਵਾਸਤੇ ਸਾਡਾ ਕੀ ਫਰਜ਼ ਬਣਦਾ? ਜਸਟ ਆਰਥਿਕ ਮਦਦ ਤੋਂ ਬਿਨਾਂ ਕੀ ਆਪਾਂ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਚੀਜ਼ ਦੇ ਸਕਦੇ ਹਾਂ ਜਾਂ ਕੋਈ ਉਹਨਾਂ ਦਾ ਇਸ ਤਰ੍ਹਾਂ ਦਾ ਨੁਕਸਾਨ ਕਰ ਸਕਦੇ ਹਾਂ ਜਿਹਦੇ ਪਿੱਛੇ ਉਹਨਾਂ ਦੀ ਮਨਸ਼ਾ ਠੀਕ ਨਹੀਂ ਹੈਗੀ, ਜਿਹੜਾ ਕਿ ਕਰੋੜਾਂ ਰੁਪਈਆ ਉਹ ਲੈ ਕੇ ਸਾਡੇ ਅਗੇਂਸਟ ਵਰਤ ਰਹੇ ਹੈਗੇ। ਸਾਡਾ ਪੈਸਾ ਉਹ ਸਾਡੇ ਅਗੇਂਸਟ ਵਰਤ ਰਹੇ ਹੈਗੇ। ਅੱਜ ਉਸ ਚੀਜ਼ ਦੇ ਉੱਤੇ ਅੱਖਾਂ ਖੋਲ ਕੇ ਤੇ ਆਪਣੇ ਆਪ ਨੂੰ ਚੇਤਨ ਕਰਕੇ ਇਹਦੇ ਤੇ ਕੰਮ ਕਰਨ ਦਾ ਟਾਈਮ ਆ ਗਿਆ ਤੇ ਕੱਲੇ ਬੰਦੇ ਨੂੰ ਆਪਣੇ ਫੋਨ ਚੱਕ ਲੈਣੇ ਚਾਹੀਦੇ ਆ, ਕੱਲੇ ਬੰਦੇ ਨੂੰ ਇਹਨਾਂ ਦੇ ਉੱਤੇ ਵਰਕਆਊਟ ਕਰਨਾ ਸਟਾਰਟ ਕਰਨਾ ਚਾਹੀਦਾ। ਸੋ ਇਹ ਇੱਕ ਸਟਾਰਟਿੰਗ ਪੁਆਇੰਟ ਇਹਦੇ ਵਿੱਚ ਹੋਊਗਾ ਜੀ। ਅੱਛਾ ਹਰਜੀਪਾਲ ਜੀ, ਇੱਕ ਹੋਰ ਸਵਾਲ ਹੈ। ਜਿਵੇਂ ਤੁਸੀਂ ਇੱਕ ਗੱਲ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ ਆਰਥਿਕ ਮਦਦ ਭੇਜਦੇ ਹਾਂ, ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਅਨਾਉਂਸ ਕਰਤਾ ਕਿ ਜੇ ਮੇਰੇ ਪਿੰਡ ਤੋਂ ਕੋਈ ਟਰੈਕਟਰ ਟਰਾਲੀ ਮੋਰਚੇ ਦੇ ਵਿੱਚ ਗਿਆ ਆ ਤੇ ਉਹਨਾਂ ਨੂੰ ਤੇਲ ਦੇ ਪੈਸੇ ਅਸੀਂ ਭੇਜਾਂਗੇ, ਕਿਉਂਕਿ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਉਹ ਆਪਣੇ ਕੰਮਕਾਰ ਛੱਡ ਕੇ ਕਿਸਾਨ ਬੈਠੇ ਨੇ। ਆਮਦਨ ਦਾ ਕੋਈ ਸਾਧਨ ਨਹੀਂ ਗਾ, ਕਣਕਾਂ ਬੀਜੀਆਂ ਆ ਜਾਂ ਪਿੱਛੋਂ ਪਰਿਵਾਰ ਦੇਖ ਰਿਹਾ ਹੈਗਾ ਆ, ਪਸ਼ੂ ਜੋ ਵੀ ਪਿਛਲਾ ਉਹਨਾਂ ਦਾ ਘਰ ਦਾ ਕੰਮ ਆ। ਸੋ ਉਹ ਇੱਕ ਛੋਟੀ ਜਿਹੀ ਮਦਦ ਦੇਣਾ ਚਾਹੁੰਦੇ ਆ ਕਿ ਸਾਨੂੰ ਆਪਣੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ। ਪਰ ਕਈ ਲੋਕ ਇੱਕ ਮੁਹਿੰਮ ਚਲਾ ਰਹੇ ਹੈਗੇ ਆ, ਜਿਵੇਂ ਖਾਲਸਾ ਏਡ ਨੇ ਇੰਨੀ ਵੱਡੀ ਮਦਦ ਕਹੀ ਆ, ਵਰਲਡ ਕੈਂਸਰ ਕੇਅਰ ਨੇ ਕਹੀ ਹੈਗੀ ਆ, ਉੱਥੋਂ ਲੋਕੀ ਇਹ ਕਹਿ ਰਹੇ ਲੱਖੇ ਸਿਧਾਣੇ ਵਰਗੇ ਕਿ ਸਾਨੂੰ ਕੋਈ ਆਰਥਿਕ ਮਦਦ, ਪੈਸਾ ਕੋਈ ਨਹੀਂ ਚਾਹੀਦਾ। ਪਰ ਬਹੁਤ ਸਾਰੇ ਲੋਕ ਆ ਜਿਹੜੇ ਪੇਜ ਬਣਾ ਕੇ GoFundMe ਜਾਂ ਪੈਸਾ ਇਕੱਠਾ ਕਰ ਰਹੇ ਹੈਗੇ ਆ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਵੀ ਪੈਸੇ ਨਾਲੋਂ ਐਜੂਕੇਟ ਕਰਨਾ ਚਾਹੀਦਾ, ਸਾਨੂੰ ਆਪਣੇ ਫੋਨ ਚੱਕ ਕੇ ਇਹਨਾਂ ਦਾ ਸੱਚ ਨੰਗਾ ਕਰਨਾ ਚਾਹੀਦਾ ਜੋ ਇਹ ਨੀਤੀਆਂ ਖੇਲ ਰਹੇ ਹੈਗੇ ਸਾਡੇ ਨਾਲ? ਬਿਲਕੁਲ ਜੀ, ਤੁਹਾਡੇ ਚੈਨਲ ਨੇ ਇਹ ਕੁਐਸਚਨ ਮੈਨੂੰ ਪੁੱਛਿਆ, ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਜੀ, ਕਿਉਂਕਿ ਕਾਫੀ ਚੈਨਲ ਹੁੰਦੇ ਆ ਜਿਹੜੇ ਕਿ ਇਸ ਚੀਜ਼ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ, ਵੀ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਤੇ ਕੋਈ ਬੈਕਫਾਇਰ ਨਾ ਹੋ ਜੇ ਜੀ। ਸੋ ਇਸ ਗੱਲ ਦੀ ਮੈਂ ਤੁਹਾਡੇ ਤੇ ਸ਼ਲਾਘਾ ਕਰਦਾ ਵੀ ਤੁਸੀਂ ਇਸ ਚੀਜ਼ ਨੂੰ ਉਜਾਗਰ ਕਰਨ ਵਾਸਤੇ ਹੈਲਪ ਕਰ ਰਹੇ ਹੋਗੇ। ਧੰਨਵਾਦ ਜੀ। ਸੋ ਜਿਹੜੀ ਇਹਦੇ ਵਿੱਚ ਗੱਲ ਹੈ ਜੀ ਉਹ ਬਿਲਕੁਲ ਸੱਚੀ ਹੈ ਜੀ। ਮੈਂ ਇਹਦੇ ਤੇ ਆਲਰੇਡੀ ਵਰਕਆਊਟ ਕਰ ਚੁੱਕਿਆ ਜੀ। ਸਾਡੇ US ਦੇ ਵਿੱਚ ਇਹਨੂੰ ਮੈਂ ਵੈਬਸਾਈਟ ਹੀ ਕਹੂੰਗਾ ਜੀ, change.org।
ਜੀ ਤੁਸੀਂ ਵੀ ਉਹ ਤੇ ਜਾ ਸਕਦੇ ਹੋਗੇ। ਬਿਲਕੁਲ। ਤੇ ਤਕਰੀਬਨ ਇਸ ਟਾਈਮ ਫਾਰਮਰਾਂ ਦੇ ਨਾਂ ਦੇ ਉੱਤੇ 150 ਪਟੀਸ਼ਨ ਪਾਈ ਗਈ ਹੈ। ਵਾਹ ਜੀ ਵਾਹ, 150 ਦੇ ਕਰੀਬ। ਤੇ ਉਹਦੇ ਵਿੱਚ ਜਿਹੜਾ ਉਹਨਾਂ ਦਾ ਪੈਸਿਆਂ ਵਾਲਾ ਮੀਟਰ ਚੱਲ ਰਿਹਾ ਉਹ ਸਕਿੰਟਾਂ ਦੇ ਹਿਸਾਬ ਨਾਲ ਚੱਲ ਰਿਹਾ। ਉੱਥੇ ਤੁਸੀਂ ਜਾ ਕੇ ਆਪਣਾ ਨਾਂ ਤੇ ਈਮੇਲ ਪਾਉਨੇ ਹੋ, ਅਗਲਾ ਮੈਸੇਜ ਆਉਂਦਾ ਕਿ ਤੁਸੀਂ $2 ਦੇ ਸਕਦੇ ਹੋ। ਤੇ ਹੁਣ ਜਿਹੜਾ ਕਿਰਤੀ ਬੰਦਾ ਜਿਹਦੇ ਅੰਦਰ ਉਬਾਲ ਹੈ ਪੰਜਾਬ ਵਾਸਤੇ, ਉਹ ਕਹਿੰਦਾ ਵੀ $2 ਕੀ ਚੀਜ਼ ਆ, ਮੈਂ ਤਾਂ ਜਾਨ ਮਾਰਦੇ ਆ ਤੋਂ, ਸ਼ੁਕਰ ਆ ਤੁਸੀਂ ਮੰਗੇ ਆ ਜੀ। ਕੱਢ ਕੇ 50 ਜਾਂ $100 ਨਾਲ ਦੀ ਨਾਲ ਕ੍ਰੈਡਿਟ ਕਾਰਡ ਪਾਉਂਦਾ, ਤੇ ਉਹ ਪੈਸੇ ਕਿੱਥੇ ਚਲੇ ਜਾਂਦੇ ਸਾਨੂੰ ਨਹੀਂ ਪਤਾ। ਤੇ ਉਹ ਮੀਟਰ ਪਤਾ ਨਹੀਂ, ਉਹ ਪੈਸਾ ਜਿਹੜਾ ਇੰਡੀਆ ਦੇ ਲੋਕ ਬਣਾ ਰਹੇ ਆ, ਇੱਥੇ ਦੇ ਬਣਾ ਰਹੇ ਆ, ਪਤਾ ਨਹੀਂ ਕੌਣ ਬਣਾ ਰਿਹਾ। ਪਰ ਇਹ ਗੱਲ ਦੇ ਵਿੱਚ ਜਿਹੜਾ ਸੱਚ ਲਿਆਉਣਾ ਵੀ ਜ਼ਰੂਰੀ ਹੈ ਵੀ ਕੀ ਇਹ ਪੈਸਾ ਸਹੀ ਥਾਂ ਤੇ ਜਾ ਰਿਹਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਵੀ ਇਹ ਜਿਹੜਾ ਪੈਸਾ ਹੈ ਇਹ ਬੜੀ ਬੁਰੀ ਤਰ੍ਹਾਂ ਇਹ ਜਿਹੜੇ ਸਾਡੇ ਇਮੋਸ਼ਨਸ ਨੇ ਉਹਨਾਂ ਦਾ ਯੂਜ਼ ਕਰਕੇ ਤੇ ਇਹ ਪੈਸੇ ਲਏ ਜਾ ਰਹੇ ਆ। ਸੋ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਬਣਦਾ ਜੀ। ਤੁਸੀਂ ਹਰਜੀਪਾਲ ਸਿੰਘ ਜੀ ਅਮਰੀਕਾ 'ਚ ਰਹਿ ਕੇ, ਕਿਉਂਕਿ ਜਿਹੜਾ ਪਹਿਲਾ ਟਰੱਕਰ ਵੀਰਾਂ ਵਾਲਾ ਕੇਸ ਸੀ ਉਹ ਪੂਰੇ ਅਮਰੀਕਾ ਦੇ ਵਿੱਚ ਉਸ ਕੇਸ ਨੂੰ ਜਿੱਤ ਕੇ ਪਹਿਲੇ ਦਸਤਾਰਧਾਰੀ ਪੰਜਾਬੀ ਤੇ ਸਿੱਖ ਸੌ ਜਿਹਨੇ ਪੂਰੇ ਅਮਰੀਕਾ ਦੇ ਵਿੱਚ ਇੱਕ ਨਾਮ ਰੌਸ਼ਨ ਕੀਤਾ। ਹੁਣ ਭਾਰਤ ਦੇ ਵਿੱਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਤੇ ਕਰੋਨਾ ਦੇ ਨਾਮ ਦੇ ਉੱਤੇ ਜਿਹੜਾ ਲੁੱਟਿਆ ਜਾ ਰਿਹਾ ਹੈ ਯੂਨਾਈਟਿਡ ਨੇਸ਼ਨ ਨੂੰ, WHO ਨੂੰ ਤੇ ਵਰਲਡ ਬੈਂਕ ਨੂੰ, ਉਹਦੇ ਬਾਰੇ ਜਿਹੜਾ ਤੁਸੀਂ ਕੇਸ ਕਰ ਦਿੱਤਾ ਹੈ, ਇਹਦੇ ਬਾਰੇ ਪੰਜਾਬੀ ਜਿਹੜੀ ਕਮਿਊਨਿਟੀ ਹੈ ਯੂਨਾਈਟਿਡ ਸਟੇਟ ਦੇ ਵਿੱਚ, ਉਹਦੇ ਵਾਸਤੇ ਕੋਈ ਪਲੇਟਫਾਰਮ ਇਹੋ ਜਿਹਾ ਤਿਆਰ ਕਰ ਰਹੇ ਹੋ? ਬਿਲਕੁਲ ਜੀ, ਕਰ ਰਹੇ ਹਾਂਗੇ ਜੀ। ਈਵਨ ਕਿ ਅਸੀਂ ਇੱਥੇ ਵਾਸਤੇ ਨਹੀਂ ਕਰ ਰਹੇ, ਅਸੀਂ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਟਾਈਮ ਸਾਰੇ ਮੁਲਕਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ। ਇੱਕ ਆਵਾਜ਼ ਹੋਣੀ ਚਾਹੀਦੀ ਹੈ ਸਾਰੇ ਮੁਲਕਾਂ ਦੀ, ਸਾਰੇ ਮੁਲਕਾਂ ਦੇ ਨੁਮਾਇੰਦਿਆਂ ਦੀ ਇੱਕ ਆਵਾਜ਼ ਹੋਣੀ ਚਾਹੀਦੀ ਹੈ। ਇਹਦੇ ਵਾਸਤੇ ਫਿਰ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਹੋ ਕਿ ਦੁਨੀਆ ਭਰ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋਣ, ਤਾਂ ਹੀ ਇਸ ਜਿਹੜਾ ਤੁਗਲਕੀ ਫਰਮਾਨ ਭਾਰਤ ਸਰਕਾਰ ਵੱਲੋਂ 5 ਜੂਨ ਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ, 17 ਅਗਸਤ ਨੂੰ ਉਹਨੂੰ ਇੰਪਲੀਮੈਂਟ ਕੀਤਾ ਗਿਆ, ਤੇ ਕਿਸਾਨਾਂ ਦਾ ਜਿਹੜਾ ਰੋਹ ਹੈ ਉਹਨੂੰ ਨਾ ਝੱਲਦੇ ਹੋਏ ਹੁਣ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ। ਉਹਦੇ ਵਾਸਤੇ ਜਿਹੜੀ ਕਮਿਊਨਿਟੀ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ, ਕਿਉਂਕਿ ਤੁਹਾਡੇ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ, ਹੁਣ ਆਉਣ ਵਾਲੇ ਸਮੇਂ 'ਚ ਕਮਿਊਨਿਟੀ ਨੂੰ ਕੀ ਸੁਨੇਹਾ, ਕੋਈ ਇਹੋ ਜਿਹਾ ਪਲੇਟਫਾਰਮ ਤਿਆਰ ਕਰ ਰਹੇ ਹੋ ਜਿੱਥੋਂ ਹਰ ਵਿਅਕਤੀ, ਹਰ ਪੰਜਾਬੀ, ਹਰ ਭਾਰਤੀ ਇਹ ਦੇਖ ਸਕੇ ਕਿ ਵਿਦੇਸ਼ੀ ਜਿਹੜੇ ਪੰਜਾਬੀ ਨੇ ਉਹ ਜ਼ਿਆਦਾ ਚਿੰਤਤ ਨੇ? ਜੀ, ਪਹਿਲੀ ਤਾਂ ਗੱਲ ਇਹ ਹੈ ਜੀ ਵੀ ਇਹ ਜਿਹੜਾ ਪਲੇਟਫਾਰਮ ਆਪਾਂ ਹੁਣ ਤਿਆਰ ਕਰਨ ਜਾ ਰਹੇ ਹਾਂਗੇ ਜੀ, ਜਿਹਦੀ ਕਿ ਸ਼ੁਰੂਆਤ ਅਮਰੀਕਾ ਦੇ ਵਿੱਚੋਂ ਹੋਈ ਹੈ। ਅਮਰੀਕਾ ਇੱਕ ਵਰਲਡ ਪਾਵਰ ਹੈ ਜੀ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਕੋਈ ਬਿਲਕੁਲ। ਪਰ ਇਸ ਮਸਲੇ ਦੇ ਵਿੱਚ ਕੱਲੇ ਅਮਰੀਕਾ ਨੂੰ ਨਹੀਂ, ਸਾਰੇ ਮੁਲਕਾਂ ਨੂੰ ਹੀ ਇਕੱਠੇ ਕਰਨਾ ਸਾਡਾ ਫਰਜ਼ ਹੈ ਜੀ। ਅਸੀਂ ਇਕੱਲੇ ਨਹੀਂ ਇਸ ਕੰਮ 'ਚ ਤੁਰਨਾ ਚਾਹੁੰਦੇ, ਕਿਉਂਕਿ ਜਦੋਂ ਯੂਨਾਈਟ ਹੋਵਾਂਗੇ ਤਾਂ ਹੀ ਪ੍ਰੈਸ਼ਰ ਬਣੇਗਾ। ਬਿਲਕੁਲ। ਉਸ ਵਾਸਤੇ ਪਹਿਲੀ ਸਾਡੀ ਕੋਸ਼ਿਸ਼ ਇਹ ਹੈ ਜੀ ਬਈ ਜਿਵੇਂ ਅਸੀਂ ਯੂਨਾਈਟਿਡ ਸਟੇਟ ਦੇ ਵਿੱਚ ਇੱਕ ਕਮੇਟੀ ਬਣਾ ਰਹੇ ਹਾਂਗੇ ਜੀ, ਅਸੀਂ ਚਾਹੁੰਦੇ ਹਾਂ ਵੀ ਸਾਰੇ ਕੰਟਰੀਆਂ ਦੇ ਵਿੱਚੋਂ ਇੱਕ ਬੰਦਾ, ਘੱਟੋ ਘੱਟ ਇੱਕ ਬੰਦਾ ਚੁਣ ਕੇ ਜੀ ਅਸੀਂ ਇਸ ਕਮੇਟੀ ਦੇ ਵਿੱਚ ਰੱਖੀਏ। ਬਹੁਤ ਖੂਬ। ਤੇ ਉਸ ਤੋਂ ਬਾਅਦ ਉਹ ਜਿਹੜੀ ਕਮੇਟੀ ਹੈ ਇੰਡੀਵਿਜੂਅਲੀ ਆਪਣੇ ਕੰਟਰੀ ਦੇ ਵਿੱਚ ਵਰਕ ਕਰੇ, ਬਹੁਤ ਤੇ ਉਸ ਸਿਸਟਮ ਨੂੰ ਚਲਾਵੇ ਜਿਹੜਾ ਕਿ ਅਮਰੀਕਾ ਲੈਵਲ ਦੇ ਉੱਤੇ ਰੈਕੋਗਨਾਈਜ਼ਡ ਹੋਵੇ ਜੀ। ਸੋ ਹੁਣ ਮੈਂ ਇਸ ਚੀਜ਼ ਨਾਲ ਜੋੜਦਾ ਵੀ ਜੇ ਯੂਨਾਈਟਿਡ ਸਿੱਖਸ ਮੇਰੇ ਤੋਂ ਪੈਸੇ ਮੰਗਦੇ ਆ ਜਾਂ ਮੈਨੂੰ ਪਹੁੰਚ ਕਰਦੇ ਆ ਜੀ, ਤੇ ਮੈਂ ਉਹਨਾਂ ਨੂੰ ਪੈਸੇ ਦੇ ਦੂੰਗਾ, ਕਿਉਂਕਿ ਮੈਨੂੰ ਪਤਾ ਵੀ ਉਹ ਅਥੈਂਟਿਕੇਟਡ ਸੰਸਥਾ ਹੈ। ਬਿਲਕੁਲ ਬਿਲਕੁਲ। ਉਸੇ ਤਰ੍ਹਾਂ ਹੀ ਆਪਾਂ ਇੱਕ ਲੀਗਲ ਸਿਸਟਮ ਦੇ ਵਿੱਚ, ਕਿਉਂਕਿ ਉਹ ਕੰਮ ਕਰਦੇ ਆ ਆਰਥਿਕ ਪੱਖ ਤੋਂ, ਹੈਲਪ ਪੱਖ ਤੋਂ ਜੀ, ਅਸੀਂ ਉਸੇ ਤਰ੍ਹਾਂ ਦੀ ਇੱਕ ਸੰਸਥਾ ਬਣਾਉਣ ਜਾ ਰਹੇ ਹਾਂਗੇ ਜਿਹੜੀ ਇੱਕ ਲੀਗਲ ਪੱਖ ਤੋਂ ਕੰਮ ਕਰੂਗੀ। ਸੋ ਕਾਨੂੰਨੀ ਅੜਚਨ ਕੋਈ ਵੀ ਦੁਨੀਆ ਭਰ ਦੇ ਵਿੱਚ ਕਿਤੇ ਆਉਂਦੀ ਹੈ, ਭਾਵੇਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ, ਉਹਦੇ ਵਾਸਤੇ ਕਾਨੂੰਨੀ ਤੌਰ ਦੇ ਉੱਤੇ ਲੜ ਸਕੇ ਜੀ, ਲੜ ਸਕੇ। ਸੋ ਅਸੀਂ ਚਾਹੁੰਦੇ ਹਾਂ ਵੀ ਸਾਰੇ ਕੰਟਰੀਆਂ ਦੇ ਵਿੱਚੋਂ ਇਸ ਚੀਜ਼ ਤੇ ਕੰਟਰੀਬਿਊਟ ਕੀਤਾ ਜਾਵੇ ਤੇ ਸਾਨੂੰ ਕੰਟੈਕਟ ਕੀਤਾ ਜਾਵੇ
ਤੇ ਅਸੀਂ ਜਿਹੜਾ ਇਹਦਾ ਇੱਕ ਨਵਾਂ ਪਲੇਟਫਾਰਮ ਜਿਹੜਾ ਬਣਾ ਰਹੇ ਹਾਂ, ਉਹਦੇ ਜਿਹੜੇ ਬਾਇਲਾਜ਼ ਨੇ ਉਹ ਉਹਨਾਂ ਤੱਕ ਪਹੁੰਚਾ ਦੇਵਾਂਗੇ ਵੀ ਆਹ ਸਾਡਾ ਸਿਸਟਮ ਹੈ ਤੇ ਉਹਨੂੰ ਟਰਾਂਸਪੇਰੈਂਟ ਤਰੀਕੇ ਦੇ ਨਾਲ ਕਿਵੇਂ ਚਲਾਉਣਾ ਹੈ, ਉਹਨੂੰ ਹਰੇਕ ਦੇਸ਼ ਦੇ ਵਿੱਚ ਕਿਵੇਂ ਚਲਾਉਣਾ ਤੇ ਆਵਾਜ਼ ਇੱਕ ਹੋਣੀ ਚਾਹੀਦੀ ਹੈ ਵੀ ਅਸੀਂ ਆਪਣੇ ਉਸ ਅੰਨਦਾਤੇ ਦਾ ਜਿਹੜਾ ਸਾਨੂੰ ਉੱਥੋਂ ਅਸੀਂ ਆਏ ਆ, ਉਸ ਮਿੱਟੀ ਨੇ ਸਾਨੂੰ ਉਪਜਿਆ, ਉਹਦਾ ਜਿਹੜਾ ਕਰਜ਼ਾ ਉਹ ਵਾਪਸ ਕਿਵੇਂ ਕਰਨਾ ਹੈ ਜੀ। ਉਹਦਾ ਸਾਰਿਆਂ ਤੋਂ ਵੱਡਾ ਜਿਹੜਾ ਸਾਡੇ ਤੇ ਕਰਜ਼ਾ ਚੜਿਆ ਹੋਇਆਗਾ ਉਹਨੂੰ ਅਸੀਂ ਉਤਾਰ ਨਹੀਂ ਸਕਦੇ, ਪਰ ਉਹਨੂੰ ਰੀਪੇ ਕਰਨ ਵਾਸਤੇ ਆਪਣੀ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਇਹ ਉਹਦੇ ਤੇ ਕੰਮ ਕਰੇ ਤੇ ਸਾਰੇ ਮੁਲਕ ਰਲ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਉਠਾਉਣ। ਬਹੁਤ ਖੂਬ ਜੀ। ਇਹਦੇ ਵਿੱਚ ਮੈਂ ਹਰਜੀਪਾਲ ਸਿੰਘ ਜੀ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰ ਸਕਦਾ ਕਿ ਇਹ ਜਿਹੜਾ ਪਲੇਟਫਾਰਮ ਹੈ ਜਿਹੜਾ ਹਮੇਸ਼ਾ ਸੱਚ ਦੀ, ਹੱਕ ਦੀ ਤੇ ਇਨਸਾਫ ਦੀ ਗੱਲਬਾਤ ਕਰਦਾ ਹੈ, ਇਹ ਪਲੇਟਫਾਰਮ ਹਮੇਸ਼ਾ ਜਦੋਂ ਚਾਹੋ ਤੁਸੀਂ ਇਸ ਪਲੇਟਫਾਰਮ ਨੂੰ ਵਰਤ ਕੇ ਜਿਹੜੀ ਸੱਚ ਦੀ ਆਵਾਜ਼ ਹੈ ਦੁਨੀਆ ਤੱਕ ਪਹੁੰਚਾ ਸਕਦੇ ਹੋ। ਇਹ ਪਲੇਟਫਾਰਮ ਤੁਹਾਡੇ ਨਾਲ ਖੜਾ ਹੈ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ। ਬਿਲਕੁਲ ਜੀ, ਅਸੀਂ ਮੀਡੀਆ 'ਚ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਜਿੱਥੇ ਵੀ ਸਾਡੀ ਜ਼ਰੂਰਤ ਆ ਤੁਹਾਡੀ ਇਸ ਆਵਾਜ਼ ਨੂੰ ਪੂਰੀ ਦੁਨੀਆ ਤੱਕ ਲਿਜਾਣ ਦਾ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ। ਤੇ ਕਿਉਂਕਿ ਇਹ ਗੱਲ ਇਸ ਲਈ ਕਹਿਣੀ ਵੀ ਬਣਦੀ ਆ, ਸਾਡਾ ਵੀ ਫਰਜ਼ ਆ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਕਿ ਤੁਸੀਂ ਕਿਉਂਕਿ ਜਦੋਂ ਅਕਸਰ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਇਸ ਵਕਤ ਸੰਘਰਸ਼ ਤੇ ਬੈਠੇ ਆ ਉਹਨਾਂ ਦਾ ਸਵਾਲ ਹੁੰਦਾ ਕਿ ਬਾਹਰਲੇ ਮੁਲਕ 'ਚ ਰਹਿ ਕੇ ਤੁਸੀਂ ਕੀ ਕਰ ਸਕਦੇ ਆ। ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸ਼ਾਇਦ ਅਸੀਂ ਇਹਨਾਂ ਗੱਲਾਂ ਤੋਂ ਘੇਸਲੇ ਬੈਠੇ ਆ ਜਾਂ ਸਾਨੂੰ ਪੂਰਾ ਪਤਾ ਨਹੀਂ ਕੀ ਹੋ ਰਿਹਾ, ਪਰ ਅਸੀਂ ਆਪਣਾ ਫਰਜ਼ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਇਸ ਸੰਘਰਸ਼ ਨੂੰ, ਇਹਨਾਂ ਬਿੱਲਾਂ ਨੂੰ ਜਿਹੜੇ ਉਹਨਾਂ ਤੇ ਕਾਲੇ ਕਾਨੂੰਨ ਲਾਏ ਗਏ ਆ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਉਹਨਾਂ ਦੇ ਨਾਲ ਰਲ ਕੇ ਚੱਲੀਏ ਤਾਂ ਕਿ ਇਹ ਜਿਹੜੇ ਉਹਨਾਂ ਦੇ ਸਿਰ ਤੇ ਥੋਪੇ ਗਏ ਆ ਕਰੋਨਾ ਦੀ ਆੜ ਦੇ ਵਿੱਚ, ਇਹਨਾਂ ਦਾ ਸੱਚ ਦੁਨੀਆ ਦੇ ਸਾਹਮਣੇ ਆ ਸਕੇ ਜੀ। ਤੇ ਤੁਸੀਂ ਜੀ ਤੇ ਰਾਜਪਾਲ ਜੀ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੈਨੇਡਾ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਗੱਲ ਹੋਈ ਆ, ਇਹ ਮੁੱਦਾ ਚੁੱਕਿਆ ਗਿਆ ਆ ਤੇ ਤੁਸੀਂ ਐਡੇ ਵੱਡੇ ਲੈਵਲ ਤੇ ਯੂਨਾਈਟਿਡ ਨੇਸ਼ਨ ਦੇ ਤੱਕ ਪਹੁੰਚ ਕੀਤੀ ਹੈਗੀ ਆ। ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿਵੇਂ ਉਹ ਤੁਹਾਡਾ ਸਾਥ ਦੇ ਸਕਦੇ ਆ? ਕਿਹੜੀ ਵੈਬਸਾਈਟ ਆ ਜਿੱਥੇ ਜਾ ਕੇ ਉਹ ਇਹ ਪਟੀਸ਼ਨ ਸਾਈਨ ਕਰ ਸਕਦੇ ਆ ਜਾਂ ਆਪਣੇ ਲੈਵਲ ਤੇ ਉਹ ਕੀ ਕਰ ਸਕਦੇ? ਹਰ ਇੱਕ ਮੁਲਕ ਦੇ ਵਿੱਚ ਤੁਹਾਨੂੰ ਪਤਾ ਸਾਡੇ ਪੰਜਾਬੀ ਬੜੇ ਉੱਚੇ ਅਹੁਦਿਆਂ ਤੇ ਬੈਠੇ ਹੈਗੇ ਆ, ਬੜੇ ਪੜ੍ਹੇ ਲਿਖੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹਮੇਸ਼ਾ ਸੀਨਿਆਂ ਦੇ ਵਿੱਚ ਮਹਿਸੂਸ ਹੁੰਦਾ, ਉਹਨਾਂ ਨੂੰ ਹਰ ਵਕਤ ਉਹ ਪੰਜਾਬ ਦਾ ਸੋਚਦੇ ਆ। ਸੋ ਕੀ ਕਹਿਣਾ ਚਾਹੋਗੇ? ਡੀਟੇਲ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿਓ ਜੀ। ਜੀ ਬਿਲਕੁਲ ਜੀ। ਜੀ ਪਹਿਲਾਂ ਤਾਂ ਇਸ ਗੱਲ ਨੂੰ ਆਪਾਂ ਸਮਝੀਏ ਜੀ ਵੀ ਸਾਨੂੰ ਸਾਥ ਸਾਰਿਆਂ ਦਾ ਚਾਹੀਦਾ ਜੀ, ਸਾਰੇ ਪਰਿਵਾਰਾਂ ਦਾ ਚਾਹੀਦਾ ਤੇ 13 ਸਾਲ ਤੋਂ ਉੱਤੇ ਦਾ ਬੱਚਾ ਸਾਡੀ ਹੈਲਪ ਕਰ ਸਕਦਾ ਲੀਗਲੀ। ਜੀ ਹੁਣ ਤੁਸੀਂ ਇੱਕ ਲਫ਼ਜ਼ ਜਦੋਂ 13 ਸਾਲ ਬੋਲਿਆ ਤਾਂ ਤੁਸੀਂ, ਮੇਰਾ ਖਿਆਲ ਆ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਬਣ ਗਈ ਵੀ ਇਹ ਤਾਂ ਬੱਚੇ ਹੁੰਦੇ ਹੈਗੇ। ਜੀ ਜੀ। ਪਰ ਜਿਹੜਾ ਯੂਨਾਈਟਿਡ ਨੇਸ਼ਨ ਨੇ ਇਹ ਰੂਲ ਬਣਾਇਆ ਉਹਦੇ ਮੁਤਾਬਕ ਇਹ ਹੈ ਵੀ 13 ਸਾਲ ਦਾ ਬੱਚਾ ਇਹ ਸਮਝ ਰੱਖਦਾ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਜੀ। ਸੋ 13 ਸਾਲ ਦਾ ਬੱਚਾ ਜਿਹੜਾ 13 ਸਾਲ ਤੋਂ ਲੈ ਕੇ ਜਿਹੜੇ ਉਸ ਤੋਂ ਉੱਪਰਲੀ ਉਮਰ ਦੇ ਆ ਉਹ ਇਸ ਚੀਜ਼ ਦੀ ਆਵਾਜ਼ ਕਿਵੇਂ ਉਠਾ ਸਕਦੇ ਆ, ਉਹਦੇ ਵਾਸਤੇ ਜਿਹੜੀ ਇਹ ਪਟੀਸ਼ਨ ਅਸੀਂ ਪਾਈ ਹੈ ਉਹਦੇ ਉੱਤੇ ਸਿਗਨੇਚਰ ਕਰ ਸਕਦਾ, ਫ੍ਰੀ ਆਫ ਕਾਸਟ, ਕੋਈ ਪੈਸਾ ਨਹੀਂ ਦੇਣਾ ਹੈਗਾ, ਕਿਸੇ ਪੈਸੇ ਨਾਲ ਕੋਈ ਲੈਣ ਦੇਣ ਨਹੀਂ। ਇਹ ਸਿੱਧਾ ਗਵਰਨਮੈਂਟ ਦੀ ਵੈਬਸਾਈਟ ਹੈ ਜਿਹਦੇ ਤੇ ਜਾ ਕੇ ਸਿਗਨੇਚਰ ਕਰਨੇ ਆ, ਇਹਦੇ 'ਚ ਕੋਈ ਤੁਹਾਡੇ ਤੋਂ ਪੈਸੇ ਨਹੀਂ ਮੰਗੂਗਾ। ਪਰ ਤੁਹਾਡੀ ਜਿਹੜੀ ਵੋਟ ਹੈ, ਤੁਹਾਡੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਤੁਸੀਂ ਸਹੀ ਨਾਂ, ਸਹੀ ਐਡਰੈਸ ਪਾਉਣਾ, ਐਡਰੈਸ ਪਾਉਣ ਤੋਂ ਬਾਅਦ ਤੁਸੀਂ ਉਹਨੂੰ ਸਬਮਿਟ ਕਰ ਦੇਣਾ। ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਵਾਈਟ ਹਾਊਸ ਤੋਂ ਇੱਕ ਈਮੇਲ ਆਊਗੀ ਜੀ, ਜਿਹੜੀ ਕਿ ਬਹੁਤ ਫਾਸਟ ਆਉਂਦੀ ਹੈ। ਉਸ ਈਮੇਲ ਦੇ ਵਿੱਚ ਇਹ ਕਿਹਾ ਜਾਊਗਾ ਵੀ ਕੀ ਤੁਸੀਂ ਇਹ ਜਿਹੜੀ ਵੋਟ ਹੈ ਇਹ ਪਾਈ ਹੈ, ਤੇ ਤੁਸੀਂ ਉਹਦੇ ਜਾ ਕੇ ਕਲਿੱਕ ਕਰੋਗੇ ਵੀ ਹਾਂ ਮੈਂ ਪਾਈ ਹੈ, ਤੇ ਤੁਹਾਨੂੰ ਉਹਦੇ ਉੱਤੇ ਲਿਖਿਆ ਆ ਜਾਊਗਾ ਵੀ ਤੁਹਾਡੀ ਜਿਹੜੀ ਵੋਟ ਆ ਉਹ ਕਾਸਟ ਹੋ ਗਈ ਹੈ। ਓਕੇ, ਸੋ ਕਨਫਰਮ ਕਰਦੇ ਆ ਕਿ ਤੁਸੀਂ ਉਹ ਪਾਈ ਹੈ। ਹਾਂਜੀ ਜੀ, ਤੁਸੀਂ ਉਹ ਪਾਈ ਹੈ। ਸੋ ਹੁਣ ਇਹਦੇ ਵਿੱਚ ਇੱਕ ਨੰਬਰ ਵਾਲੀ ਚੀਜ਼ ਵੀ ਹੈ ਜੀ। ਜੀ ਕਾਨੂੰਨ ਇਹ ਕਹਿੰਦਾ, ਯੂਨਾਈਟਿਡ ਵਾਈਟ ਹਾਊਸ ਦਾ ਕਾਨੂੰਨ ਜਿਹਨੇ ਇਹ ਬਿੱਲ ਬਣਾਇਆ ਹੈ ਉਹ ਇਹ ਕਹਿੰਦਾ ਜੀ ਵੀ ਸਾਨੂੰ ਇਹ ਜਿਹੜੇ ਸਿਗਨੇਚਰ ਹੈ 1 ਲੱਖ ਸਿਗਨੇਚਰ 30 ਦਿਨ ਦੇ ਅੰਦਰ ਅੰਦਰ ਚਾਹੀਦਾ। ਓਕੇ, 30 ਦਿਨਾਂ 'ਚ 1 ਲੱਖ ਸਿਗਨੇਚਰ ਚਾਹੀਦਾ ਹੈ।
30 ਦਿਨਾਂ ਦੇ ਵਿੱਚ 1 ਲੱਖ ਸਿਗਨੇਚਰ ਚਾਹੀਦਾ ਤੇ ਇਹਨੂੰ ਕੋਈ ਵੀ ਕੰਟਰੀ ਸਾਈਨ ਕਰ ਸਕਦਾ ਹੈ। ਅੱਛਾ, ਆਪਣੇ ਆਪ ਨੂੰ ਇਸ ਮੁੱਦੇ ਦੇ ਨਾਲ, ਇਸ ਇਸ਼ੂ ਦੇ ਨਾਲ ਕੰਸਰਨਡ ਸਮਝਦਾ ਹੈ, ਉਹ ਇਹਦੇ ਤੇ ਸਿਗਨੇਚਰ ਕਰ ਸਕਦਾ ਹੈ। ਸੋ 1 ਲੱਖ ਸਿਗਨੇਚਰ ਮਿਨੀਮਮ ਹੈ ਜੀ। ਇਹਦੇ ਤੇ ਜਿਹੜਾ ਵਾਈਟ ਹਾਊਸ ਹੈ ਕਮੈਂਟ ਦਊਗਾ 1 ਲੱਖ ਸਿਗਨੇਚਰ ਤੋਂ ਬਾਅਦ। ਤੇ ਇੱਥੇ ਇੰਡੀਆ ਨਹੀਂ ਹੈਗਾ ਜੀ ਵੀ ਇੱਥੇ ਕੇਸ 20 ਸਾਲ ਚੱਲਣਗੇ। ਉਹਨਾਂ ਦੀ ਵੈਬਸਾਈਟ ਦੇ ਉੱਤੇ ਲਿਖਿਆ ਹੋਇਆ ਵੀ 60 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਦੇ ਤੇ ਕਮੈਂਟ ਕਰਾਂਗੇ। ਜੇ ਇਹਦੇ 'ਚ ਕੋਈ ਡਿਪਾਰਟਮੈਂਟ ਇਨਵੋਲਵ ਕਰਨੇ ਪੈਂਦੇ ਹੈਗੇ, ਉਹਦਾ ਪ੍ਰੋਸੈਸ ਆਲਰੇਡੀ ਉਹਦੇ ਵਿੱਚ ਦਿੱਤਾ ਹੋਇਆ ਉਹਨਾਂ ਨੇ। ਅਸੀਂ ਡਿਪਾਰਟਮੈਂਟ ਇਨਵੋਲਵ ਕਰਾਂਗੇ ਤੇ 60 ਦਿਨ ਦੇ ਵਿੱਚ ਉਹਦਾ ਜਵਾਬ ਦੇਵਾਂਗੇ। ਇਹ ਹੈ ਜੀ ਪਹਿਲੀ ਗੱਲ ਜਿਹੜੀ ਇੱਕ ਆਮ ਸਧਾਰਨ ਬੰਦਾ, ਆਮ ਸਧਾਰਨ ਪੰਜਾਬੀ, ਸਧਾਰਨ ਇੰਡੀਅਨ ਜੇ ਉਸ ਮੂਵਮੈਂਟ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹਦਾ ਬਿਨਾਂ ਪੈਸਿਆਂ ਤੋਂ, ਇਹ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਉਹ ਕਰ ਸਕਦਾ। ਸੋ ਤੁਸੀਂ ਇਸ ਪਟੀਸ਼ਨ ਦੀ ਗੱਲ ਕਰ ਰਹੇ ਹੋ ਜਿਹੜੀ ਸਾਹਮਣੇ ਸਕਰੀਨ ਦੇ ਉੱਤੇ ਆ ਰਹੀ ਹੈ। ਇਸ ਪਟੀਸ਼ਨ ਨੂੰ ਤੁਸੀਂ ਖੋਲ੍ਹਣਾ ਹੈ, ਖੋਲ ਕੇ ਆਪਣੀ ਈਮੇਲ ਤੇ ਨਾਲ ਦੀ ਨਾਲ ਪਾਸਵਰਡ ਬਣਾਉਣਾ ਹੈ। ਉੱਪਰ ਤੁਹਾਡਾ ਨਾਮ ਹੋਏਗਾ, ਥੱਲੇ ਲਾਸਟ ਨੇਮ ਹੈ। ਪਾਸਵਰਡ ਨਹੀਂ ਜੀ ਬਣਾਉਣਾ, ਸਿਰਫ ਨਾਮ ਤੇ ਪਤਾ। ਪਾਸਵਰਡ ਹੈ ਜੀ ਨਾਲ? ਨਹੀਂ ਜੀ, ਸਿਰਫ ਈਮੇਲ ਖੋਲਣੀ ਹੈ, ਤੁਹਾਡਾ ਨਾਮ ਤੇ ਪਤਾ ਪਾਉਣੀ ਹੈ। ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ। ਫਿਰ ਤੁਹਾਨੂੰ ਈਮੇਲ ਆਊਗੀ ਵਾਈਟ ਹਾਊਸ ਦੀ ਵੈਬਸਾਈਟ ਤੋਂ। ਓਕੇ ਜੀ। ਉਹ ਤੁਹਾਨੂੰ ਪੁੱਛਣਗੇ ਵੀ ਕੀ ਤੁਸੀਂ ਇਹ ਵੋਟ ਪਾਈ ਹੈ। ਤੁਸੀਂ ਉਹਦੇ ਵਿੱਚ ਜਾ ਕੇ ਕਨਫਰਮ ਕਰਨਾ ਤੇ ਤੁਹਾਡੀ ਜਿਹੜੀ ਵੋਟ ਕਾਸਟ ਹੋ ਜਾਣੀ ਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਆ ਜਾਣਾ ਵੀ ਯੂ ਸਕਸੈਸਫੁਲੀ ਕਾਸਟ ਯੂਰ ਵੋਟ। ਓਕੇ, ਧੰਨਵਾਦ ਜੀ। ਓਕੇ, ਇਸ ਤੋਂ ਇਲਾਵਾ ਹੋਰ ਵੀ ਕੁਝ ਕੀਤਾ ਜਾ ਸਕਦਾ ਜੀ? ਕਿਉਂਕਿ ਟਾਈਮ ਬੜਾ ਥੋੜਾ ਰਹਿ ਗਿਆ ਤੇ ਮੈਂ ਚਾਹੁੰਦਾ ਸਾਰੀ ਗੱਲਬਾਤ ਨੂੰ ਆਪਾਂ ਸਮ ਅਪ ਕਰੀਏ ਜੀ। ਇਸ ਤੋਂ ਬਾਅਦ ਜੀ ਇੱਕ ਹੁਣ ਇਹ ਤਾਂ ਗੱਲ ਹੋ ਗਈ ਜੀ ਵੀ ਆਮ ਬੰਦਾ ਕੀ ਕਰ ਸਕਦਾ। ਦੂਸਰੀ ਇੱਕ ਵੱਡੀ ਚੀਜ਼ ਹੈ ਜੀ ਜਿਹੜੀ ਕਿ UNO ਦੇ ਵਿੱਚ ਕੰਪਲੇਂਟ ਕਿਵੇਂ ਪਾਈ ਜਾ ਸਕਦੀ ਹੈ। ਓਕੇ, ਆਮ ਇੰਡੀਵਿਜੂਅਲ ਕਿਵੇਂ ਕੰਪਲੇਂਟ ਪਾ ਸਕਦਾ ਹੈ। ਅੱਛਾ, ਇਹ ਸਾਡੇ ਕੋਲੇ ਜੀ ਤਕਰੀਬਨ 54 ਪੇਜਾਂ ਦਾ ਡਾਕੂਮੈਂਟ ਹੈ। ਅੱਛਾ ਜੀ, 54 ਪੇਜਾਂ ਦਾ ਡਾਕੂਮੈਂਟ ਉਹਨਾਂ ਨੇ ਇਸ਼ੂ ਕੀਤਾ, ਜਿਹਦੇ ਤਹਿਤ ਉਹਨਾਂ ਨੇ ਸਾਰੇ ਕਲੌਜ਼ਸ ਲਾਏ ਆ ਵੀ ਇਹਨੂੰ ਕਿਵੇਂ ਫਾਈਲ ਕਰਨਾ। ਉਸ ਤੋਂ ਬਾਅਦ ਇਹਦਾ ਅਗਲਾ ਪ੍ਰੋਸੈਸ ਕੀ ਹੈ। ਜੇ ਐਡਮਿਸਿਬਿਲਿਟੀ ਹੋ ਜਾਂਦੀ ਹੈ ਤਾਂ ਡਿਪਾਰਟਮੈਂਟਸ ਇਨਵੋਲਵ ਹੋਣਗੇ। ਡਿਪਾਰਟਮੈਂਟਸ ਇਨਵੋਲਵ ਹੋਣਗੇ ਤਾਂ ਵਾਇਲੇਸ਼ਨ ਤੈਅ ਕੀਤੀ ਜਾਊਗੀ। ਜੇ ਵਾਇਲੇਸ਼ਨ ਤੈਅ ਹੋ ਜਾਂਦੀ ਹੈ ਤਾਂ ਇਹਨੂੰ ਫੋਲੋ ਅਪ ਕੀਤਾ ਜਾਊਗਾ ਇੰਡੀਅਨ ਗਵਰਨਮੈਂਟ ਦੇ ਨਾਲ। ਸੋ ਇੱਥੋਂ ਗੱਲ ਸਟਾਰਟ ਹੁੰਦੀ ਹੈ ਜੀ ਵੀ ਅਸੀਂ ਇੱਥੋਂ ਬੈਠ ਕੇ ਦਿੱਲੀ ਹਿਲਾਤੀ। ਜੀ। ਸੋ ਇਸ ਪਟੀਸ਼ਨ ਨੂੰ ਜਦੋਂ ਫਾਈਲ ਕਰਨਾ ਹੁਣ ਇਹ ਚਾਹੀਦਾ ਵੀ ਜੇ ਤਾਂ ਤੁਸੀਂ ਜਾਂ ਮੈਂ ਇੰਡੀਵਿਜੂਅਲ ਇਹਨੂੰ ਭਰ ਕੇ ਭੇਜਾਂਗੇ ਤਾਂ ਕਿੰਨੇ ਭੇਜਾਂਗੇ, ਕਿੰਨੇ ਭੇਜੇ, ਸਾਨੂੰ ਕੁਝ ਨਹੀਂ ਪਤਾ ਹੈਗਾ ਜੀ। ਹੁਣ ਮੈਨੂੰ ਉਹ ਪਲੇਟਫਾਰਮ ਚਾਹੀਦਾ ਜੀ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਸਾਰੇ ਦੇਸ਼ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਚੱਲੀਏ। ਤੇ ਇਹ ਜਿਹੜੇ ਪੇਪਰ ਹੈ ਜੀ, ਇਹ ਪੂਰਾ ਡਾਕੂਮੈਂਟ 54 ਪੇਜਾਂ ਦਾ, ਪਰ ਇਹਦੇ ਜਿਹੜੇ ਭਰ ਕੇ ਭੇਜਣੇ ਪੇਜ ਆ ਉਹ ਸਿਰਫ 2 ਹੈ। ਓਕੇ, ਜਿਹਦੇ ਵਿੱਚ ਕੀ ਆਪਣੀ ਤੁਹਾਨੂੰ ਆਇਡੈਂਟੀਫਿਕੇਸ਼ਨ ਬਕਾਇਦਾ ਦੇਣੀ ਪਊਗੀ। ਮੈਂ ਇਸ ਦੇਸ਼ ਦਾ ਵਾਸੀ ਹਾਂ, ਆਹ ਮੇਰੀ ਆਇਡੈਂਟੀਫਿਕੇਸ਼ਨ ਹੈ, ਆਹ ਮੇਰਾ ਐਡਰੈਸ ਹੈ ਤੇ ਇਸ ਗੱਲ ਨਾਲ ਮੈਂ ਕੰਸਰਨ ਹਾਂ। ਓਕੇ, ਤੁਸੀਂ ਇੱਕ ਪਿਕਚਰ ਬਣਾ ਲਓ, ਜਿਵੇਂ ਕਿ ਇਹ ਜਿਹੜੀ ਪਿਕਚਰ ਹੁਣ ਬਣੀ ਹੈ ਦਿੱਲੀ ਦੇ ਵਿੱਚ, ਜੇ ਕੋਈ 15 ਦਿਨ ਪਹਿਲਾਂ ਬਣਾਉਂਦਾ ਨਾ ਤਾਂ ਉਹਦਾ ਦਿਲ ਗਦਗਦ ਹੋ ਉੱਠਣਾ ਸੀਗਾ। ਉਹੀ ਪਿਕਚਰ ਤੁਸੀਂ ਅੱਜ ਬਣਾ ਲਓ ਵੀ ਜਿਹੜਾ ਇਹ 2 ਪੇਜਾਂ ਦਾ ਫਾਰਮ ਹੈ, ਇਹ 1 ਲੱਖ 2 ਲੱਖ 5 ਲੱਖ 10 ਲੱਖ ਇਹ ਯੂਨਾਈਟਿਡ ਨੇਸ਼ਨ ਦੇ ਮੇਲ ਬਾਕਸ ਦੇ ਵਿੱਚ ਪਿਆ ਤੇ ਮੇਲ ਬਾਕਸ ਵਾਲੇ ਇਹ ਕਹਿ ਰਹੇ ਆ ਵੀ ਸਾਡੇ ਕੋਲੇ ਜਗ੍ਹਾ ਹੈ ਨਹੀਂ ਗੀ, ਇਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਡਿਲੀਵਰ ਕੀਤਾ ਜਾਵੇ। ਅੱਛਾ, ਉਸ ਦਿਨ ਆਪਣੀ ਆਵਾਜ਼ ਬਣੂਗੀ ਵੀ ਇੱਕ ਇਸ ਤਰ੍ਹਾਂ ਦੇ ਪੇਪਰ ਆਉਣੇ ਸਟਾਰਟ ਹੋਏ ਇੱਕ ਐਸੀ ਕਮਿਊਨਿਟੀ ਤੋਂ ਜਿਹਦੇ ਨਾਲ ਕਿ ਇੰਨਾ ਧੱਕਾ ਹੋ ਰਿਹਾ ਸੀ ਤੇ ਉਹਦਾ ਜਿਹੜਾ ਰੋਹ ਹੈ ਉਹ ਅੱਜ ਪੇਪਰ ਦੇ ਉੱਤੇ ਆ ਗਿਆ ਤੇ ਸਾਨੂੰ ਇਹਦੇ ਤੇ ਹੁਣ ਕੰਮ ਕਰਨਾ ਹੀ ਪੈਣਾ। ਇੰਡੀਅਨ ਗਵਰਨਮੈਂਟ, ਮੋਦੀ ਗਵਰਨਮੈਂਟ ਨੂੰ ਪੁੱਛਣਾ ਹੀ ਪੈਣਾ। ਸਾਡੇ ਕੋਲੇ ਆਪਸ਼ਨ ਨਹੀਂ ਰਹਿ ਗਈ। ਘੱਟੋ ਘੱਟ ਪੁੱਛਣਾ ਪੈਣਾ ਵੀ ਜਿਹੜਾ ਇਹ ਕਾਲੇ ਕਾਨੂੰਨ ਲਿਆਂਦੇ ਆ ਇਹਨਾਂ ਦਾ ਐਡੇ ਵੱਡੇ ਪੱਧਰ ਦੇ ਉੱਥੇ ਤੁਸੀਂ ਸਾਡੇ ਤੇ 20 ਇਲਜ਼ਾਮ ਲਾ ਸਕਦੇ ਹੋ ਵੀ ਇਹ ਪੋਲੀਟੀਕਲ ਏਜੰਡਾ, ਇਹ ਖਾਲਿਸਤਾਨ ਦਾ ਏਜੰਡਾ। ਉੱਥੇ ਤੁਸੀਂ 20 ਇਲਜ਼ਾਮ ਲਾ ਸਕਦੇ ਹੋ। ਕੀ ਆ ਜਿਹੜਾ ਸਾਰੇ ਮੁਲਕਾਂ ਦੇ ਵਿੱਚ ਲੋਕ ਬੈਠੇ ਆ ਇਹ ਵੀ ਉਸ ਏਜੰਡੇ ਦਾ ਹਿੱਸਾ ਨੇ। ਤੇ ਇਹ ਸਾਰੇ ਜਿਹੜੇ ਮੁਲਕਾਂ ਦੇ ਵਿੱਚ ਬੰਦੇ ਬੈਠੇ ਸਾਰੇ ਚੈੱਕ ਹੋ ਕੇ ਇੱਥੇ ਰਹਿ ਰਹੇ ਆ ਜੀ। ਸਾਡੇ ਮਿਨਿਸਟਰ ਅੱਜ ਕੈਨੇਡਾ ਦੇ ਵਿੱਚ ਬਣੇ ਆ ਤੇ ਤੁਹਾਡਾ ਕੀ ਖਿਆਲ ਹੈ ਵੀ ਟਰੂਡੋ ਨੂੰ ਜਾਂ ਵਾਈਟ ਕਮਿਊਨਿਟੀ ਨੂੰ ਪਤਾ ਨਹੀਂ ਹੈਗਾ? ਐਜੂਕੇਸ਼ਨ ਬੇਸ ਦੇ ਉੱਤੇ ਬਣੇ ਹੈਗੇ। ਇਹ ਗੱਲ ਜਿਹੜੀ ਹੈ ਜਦੋਂ ਦਿੱਲੀ ਗਵਰਨਮੈਂਟ ਦੇ ਮੱਥੇ ਜਾ ਕੇ ਵੱਜੂਗੀ ਤੇ ਫਿਰ ਉਹਨਾਂ ਨੂੰ ਜਵਾਬ ਦੇਣੇ ਪੈਣਗੇ। ਉਹ ਦਿਨ ਹੋਊਗਾ ਜੀ ਜਿੱਦਣ ਇੰਟਰਨੈਸ਼ਨਲ ਕਮਿਊਨਿਟੀ ਦੀ ਜਿੱਤ ਹੋਊਗੀ।
ਜੀ ਵਾਹ ਜੀ ਕੀ ਵਾਹ। ਬਾਤ ਹੈ ਜੀ। ਸੋ ਬਹੁਤ ਤੁਹਾਡੇ ਵਧੀਆ ਕਹਿਣ ਤੋਂ ਭਾਵ ਇਹਨਾਂ ਦਾ ਭਾਵ ਇਹ ਹੈ ਬਲਜਿੰਦਰ ਜੀ, ਸਭ ਤੋਂ ਵੱਡੀ ਚੀਜ਼ ਹੈ ਕਿ ਅਮਰੀਕਾ ਦੇ ਵਿੱਚੋਂ ਦਿੱਲੀ ਦੀਆਂ ਤਾਰਾਂ ਹਿਲਾਉਣ ਦੇ ਲਈ ਫਾਰਮੂਲਾ ਜਿਹੜਾ ਤਿਆਰ ਕੀਤਾ ਹੈ ਹਰਜੀਪਾਲ ਸਿੰਘ ਉਹਨਾਂ ਨੇ ਜੀ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟ ਗਰੁੱਪ ਨੂੰ, ਫਿਰ ਵਰਲਡ ਬੈਂਕ ਨੂੰ, ਫਿਰ ਯੂਐਨਓ ਦੇ ਵਿੱਚ ਇੰਡੀਵਿਜੂਅਲ ਪਟੀਸ਼ਨ ਕਿਵੇਂ ਪਾਉਣੀ ਹੈ। ਜੀ ਆ ਤਿੰਨੇ ਪਟੀਸ਼ਨਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਕਰੀਨ ਦੇ ਉੱਤੇ ਸਾਹਮਣੇ ਆ ਰਹੀਆਂ ਨੇ, ਇਹ ਮੇਰਾ ਖਿਆਲ ਹੈ ਹਰੇਕ ਦਰਸ਼ਕ ਦਾ ਫਰਜ਼ ਬਣਦਾ ਹੈ ਜੀ ਕਿ ਤੁਸੀਂ ਆ ਜਿਹੜੀਆਂ ਪਟੀਸ਼ਨਾਂ ਦੇਖ ਰਹੇ ਹੋ ਇਹਨਾਂ ਨੂੰ ਪਰਿਵਾਰ ਦੇ ਇੱਕ ਜੀ ਨੂੰ ਜੀ ਸਾਈਨ ਕਰਵਾ ਕੇ, ਜੇ 1 ਲੱਖ ਦਾ ਇਹਨਾਂ ਨੇ ਕਿਹਾ ਕਿ ਉਹ ਪਟੀਸ਼ਨ ਪਹਿਲੀ ਚਾਹੀਦੀ ਹੈ, ਜੀ ਤੇ ਮੈਨੂੰ ਮਾਣ ਹੈ ਆਪਣੀ ਕਮਿਊਨਿਟੀ ਤੇ, ਮੈਨੂੰ ਮਾਣ ਆਪਣੇ ਦਰਸ਼ਕਾਂ ਦੇ, ਮੈਨੂੰ ਮਾਣ ਆਪਣੇ ਸਰੋਤਿਆਂ ਤੇ ਕਿ ਇਸ ਪਟੀਸ਼ਨ ਨੂੰ 30 ਦਿਨ ਨਹੀਂ ਜੀ ਬਲਕਿ 30 ਘੰਟਿਆਂ ਦੇ ਵਿੱਚ ਤੁਸੀਂ ਪੂਰਾ ਕਰਕੇ ਦਿਖਾ ਦਿਓ। ਜੀ। ਦੱਸ ਦਿਓ ਸਰਕਾਰ ਨੂੰ ਕਿ ਜਿਹੜੇ ਜ਼ੁਲਮ ਤੇ ਜਿਹੜੇ ਤੁਗਲਕੀ ਫਰਮਾਨ ਤੁਸੀਂ ਜਾਰੀ ਕੀਤੇ ਨੇ ਵਿਦੇਸ਼ੀ ਪੰਜਾਬੀ ਇਉਂ ਵੀ ਕਰ ਸਕਦੇ ਆ। ਜੀ ਬਿਲਕੁਲ। ਸੋ ਬਹੁਤ ਵਧੀਆ ਇਨਫੋਰਮੇਸ਼ਨ ਜੀ। ਔਰ ਹਰਜੀਪਾਲ ਜੀ, ਜੋ ਵੀ ਪੇਪਰ ਵਰਕ ਤੁਸੀਂ ਸਾਨੂੰ ਦੱਸਿਆ, ਅਸੀਂ ਆਪਣਾ ਫਰਜ਼ ਸਮਝਦੇ ਹੋਏ ਇਸ ਨੂੰ ਪੂਰਾ ਪ੍ਰੋਪਰ ਤੌਰ ਦੇ ਉੱਤੇ ਅਸੀਂ ਇਸ ਨੂੰ ਲੋਕਾਂ ਦੇ ਤੱਕ ਪਹੁੰਚਦਾ ਕਰਾਂਗੇ। ਹਰ ਇੱਕ ਆਪਣੇ ਪਲੇਟਫਾਰਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਤੱਕ ਇਹੋ ਵੈਬਸਾਈਟ ਪਹੁੰਚ ਸਕੇ ਜਿੱਥੇ ਜਾ ਕੇ ਪਟੀਸ਼ਨ ਤੇ ਸਾਈਨ ਕਰ ਸਕਦੇ ਨੇ, ਤੇ ਇੰਡੀਵਿਜੂਅਲ ਤੌਰ ਦੇ ਉੱਤੇ ਕਿਹੜੇ ਫਾਰਮ ਨੇ ਜਿਨ੍ਹਾਂ ਨੂੰ ਭਰ ਕੇ ਉਹ ਆਪਣੀ ਸਿੱਧੀ ਜਿਹੜੀ ਕੰਪਲੇਂਟ ਜਿਹੜੀ ਉਹ ਫਾਈਲ ਕਰ ਸਕਦੇ ਆ। ਸੋ ਬਹੁਤ ਹੀ ਵਧੀਆ ਜਾਣਕਾਰੀ ਤੁਸੀਂ ਦਿੱਤੀ, ਤੇ ਅੱਗੋਂ ਤੋਂ ਵੀ ਕਦੇ ਕੋਈ ਵੀ ਜਾਣਕਾਰੀ ਕਮਿਊਨਿਟੀ ਤੱਕ ਜਾਂ ਪੂਰੀ ਦੁਨੀਆ ਤੱਕ ਲਿਜਾਣ ਦਾ, ਕਦੇ ਵੀ ਤੁਹਾਡਾ ਸੱਚ ਸਾਹਮਣੇ ਰੱਖਣ ਦਾ ਹੋਵੇ ਤੇ ਅਸੀਂ ਸਿਰਫ ਇੱਕ ਆਵਾਜ਼ ਹੀ ਮਾਰਨ ਤੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਵਾਂਗੇ। ਵੀ ਆਰ ਓਨਲੀ ਅ ਫੋਨ ਕਾਲ ਅਵੇ। ਸੋ ਜੀ ਆਇਆਂ ਨੂੰ ਤੁਹਾਨੂੰ, ਤੁਸੀਂ ਆਪਣਾ ਸਮਾਂ ਦਿੱਤਾ, ਤੇ ਅੱਗੇ ਤੋਂ ਵੀ ਅਸੀਂ ਇਹੋ ਜੀ ਜਿਹੜੀ ਅਹਿਮ ਜਾਣਕਾਰੀ ਆ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸੋ ਦਿਲੋਂ ਧੰਨਵਾਦ ਜੀ, ਤੁਸੀਂ ਅੱਜ ਪ੍ਰੋਗਰਾਮ ਵਿੱਚ ਸਾਡਾ ਜਿਹੜਾ ਸਾਨੂੰ ਸਮਾਂ ਦਿੱਤਾ। ਧੰਨਵਾਦ ਜੀ ਤੁਹਾਡਾ। ਹੁਣ ਇੱਕ ਜਿਹੜਾ ਸਲੋਗਨ ਹੈ ਇਸ ਸਾਰੀ ਗੱਲਬਾਤ ਦੇ ਵਿੱਚ, ਇੱਕ ਸਲੋਗਨ ਨਿਕਲ ਕੇ ਬਾਹਰ ਆਉਂਦਾ ਹੈ, ਉਹ ਇਹ ਹੈ ਜੀ, ਅਸੀਂ ਆਰਗੇਨਾਈਜ਼ ਹੋ ਕੇ ਵਿਖਾਉਣਾ ਹੈ ਸਾਰੇ ਮੁਲਕਾਂ ਨੇ ਰਲ ਕੇ ਆਪਣੇ ਪੰਜਾਬੀਆਂ ਨੂੰ। ਪਹਿਲਾ ਸਲੋਗਨ ਇਹ ਹੈ। ਦੂਸਰਾ ਸਲੋਗਨ ਹੈ ਵੀ ਜਿਹੜਾ ਸਾਡੇ ਨਾਂ ਦੇ ਉੱਤੇ ਕਰੋੜਾਂ ਰੁਪਈਆ ਇਕੱਠਾ ਕਰ ਰਹੀ ਹੈ ਗਵਰਨਮੈਂਟ, ਉਹਦੇ ਜਿਹੜੇ ਪੇਪਰ ਨਸ਼ਰ ਕਰਕੇ ਇੰਟਰਨੈਸ਼ਨਲ ਕਮਿਊਨਿਟੀ ਦੇ ਅੱਗੇ ਰੱਖਣੇ ਆ, ਤਾਂ ਕਿ ਅਸੀਂ ਦਿੱਲੀ ਨੂੰ ਜੜੋਂ ਹਿਲਾ ਸਕੀਏ। ਜਿੱਥੇ ਸਾਡੇ ਕਿਸਾਨ ਵੀਰ ਉੱਥੇ ਧਰਨਾ ਦੇ ਕੇ ਬੈਠੇ ਆ ਜੀ, ਤੇ ਉਸ ਦਿੱਲੀ ਦਾ ਰਸਦ ਬੰਦ ਕੀਤਾ, ਉਸ ਦਿੱਲੀ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ। ਅਸੀਂ ਗਵਰਨਮੈਂਟ ਦੀ ਜਿਹੜੀ ਆਰਥਿਕਤਾ ਹੈ, ਜਿਹਦੇ ਆਸਰੇ ਦੇ ਉੱਤੇ ਉਹ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਕਰਨ ਦਾ ਜਿਹੜਾ ਪਲਾਨ ਬਣਾਈ ਬੈਠੇ ਆ ਸਾਰੇ ਮੁਲਕਾਂ ਤੋਂ, ਵਰਲਡ ਬੈਂਕ ਤੋਂ, IDA ਤੋਂ, IFMA ਤੋਂ, ਉਹ ਅਸੀਂ ਜਿਹੜਾ ਉਹ ਦਿਨਾਂ ਦੇ ਵਿੱਚ ਹੀ ਉਹਨੂੰ ਧੁਸਤ ਕਰ ਦੇਣਾ, ਉਹਨੂੰ ਗਰਾਊਂਡ ਤੇ ਲੈ ਆਉਣਾ, ਤੇ ਉਹਨਾਂ ਨੂੰ ਇੱਕ ਬੜੀ ਵੱਡੀ ਸੱਟ ਮਾਰਨੀ ਹੈ, ਜਿਹਦੇ ਨਾਲ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਇਹ ਹੁਣ ਜਾਗ ਗਈ ਹੈ, ਤੇ ਇਹਨਾਂ ਨੇ ਆਪਣਾ ਹੱਥ ਹੈ ਜਿਹੜਾ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਮਿਲਾ ਲਿਆ। ਸੋ ਹੁਣ ਸਾਡੀ ਭਲਾਈ ਇਸ ਗੱਲ ਦੇ ਵਿੱਚ ਹੀ ਹੈ ਵੀ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਈਏ, ਤੇ ਅਸੀਂ ਉੱਥੇ ਹੀ ਵਾਪਸ ਚਲੇ ਜਾਈਏ ਜਿੱਥੇ ਸਾਡਾ ਹੱਕ ਬਣਦਾ, ਲੋਕਾਂ ਦੀ ਸੇਵਾ ਕਰੀਏ, ਤੇ ਤਾਂ ਹੀ ਸਾਨੂੰ ਦੁਬਾਰਾ ਕੋਈ ਸਾਨੂੰ ਹੁੰਗਾਰਾ ਮਿਲੂਗਾ। ਨਹੀਂ ਤਾਂ ਇਹ ਦਿਨ ਦੂਰ ਨਹੀਂ ਹੈਗਾ ਜਦੋਂ ਸਾਰੀ ਕਮਿਊਨਿਟੀ, ਸਾਰੀ ਇੰਟਰਨੈਸ਼ਨਲ ਕਮਿਊਨਿਟੀ ਪਲੱਸ ਇੰਡੀਆ ਉਸ ਦੇਸ਼ ਦੇ ਖਿਲਾਫ ਖੜਾ ਹੋ ਜਾਊਗਾ, ਤੇ ਉਸ ਦੇਸ਼ ਕੋਲੇ ਆਪਣੇ ਆਪ ਨੂੰ ਸਿਲੰਡਰ ਕਰਨ ਤੋਂ ਬਿਨਾ ਹੋਰ ਕੋਈ ਤਰੀਕਾ ਨਹੀਂ ਰਹੂਗਾ। ਜੇ ਪਬਲਿਕ, ਜੇ ਇੰਟਰਨੈਸ਼ਨਲ ਕਮਿਊਨਿਟੀ ਮੇਰਾ ਤੇ ਮੇਰੀ ਟੀਮ ਦਾ ਸਾਥ ਦਿੰਦੀ ਹੈ, ਅਸੀਂ ਤੁਹਾਨੂੰ ਇਹ ਆਸ਼ਵਾਸਨ ਦਿਵਾਉਂਦੇ ਆ ਵੀ ਅਸੀਂ ਵਿਦਨ ਬਹੁਤਾ ਸਮਾਂ ਨਾ ਲੈਂਦੇ ਹੋਏ, ਅਸੀਂ ਵਿਦਨ ਫਿਊ ਮੰਥਸ ਹੀ ਇਹਦੇ ਜਿਹੜੇ ਰਿਜ਼ਲਟ ਹੈ ਉਹ ਇੰਡੀਅਨ ਕਮਿਊਨਿਟੀ ਨੂੰ ਜਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਲਿਆ ਕੇ ਦੇਵਾਂਗੇ। ਤੁਹਾਡੇ ਮੰਚ ਤੋਂ ਆਪਾਂ ਇਹ ਐਲਾਨ ਕਰਾਂਗੇ ਅਸੀਂ ਆਹ ਜਿਹੜੀਆਂ ਜਿੱਤਾਂ ਨੇ ਪ੍ਰਾਪਤ ਕਰ ਲਈਆਂ, ਤੇ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਸਾਥ ਦਿੱਤਾ ਆਪਣੀ ਕਮਿਊਨਿਟੀ ਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਸਮਾਂ ਦਿੱਤਾ ਤੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਇਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਬਿਲਕੁਲ ਕੁਲਦੀਪ ਸਿੰਘ ਜੀ, ਬਹੁਤ ਅਹਿਮ ਜਾਣਕਾਰੀ ਜਿਹੜੀ ਸਾਡੇ ਨਾਲ ਹਰਜੀਪਾਲ ਸਿੰਘ ਹੁਣਾਂ ਨੇ ਸਿਆਟਲ ਤੋਂ ਜਿਹੜੀ USA ਦੀ ਧਰਤੀ ਤੋਂ ਸਾਡੇ ਨਾਲ ਸਾਂਝੀ ਕੀਤੀ, ਤੇ ਸਾਡਾ ਵੀ ਫਰਜ਼ ਬਣਦਾ। ਸੋ ਜਿਹੜੇ ਪੇਪਰ ਵਰਕ, ਜਿਹੜੀਆਂ ਈਮੇਲਸ, ਜਿਹੜੀਆਂ ਵੈਬਸਾਈਟਸ ਅਸੀਂ ਦੱਸੀਆਂ, ਸੋ ਸਾਰਿਆਂ ਦਾ ਫਰਜ਼ ਬਣਦਾ ਕਿ ਉੱਥੇ ਜਾ ਕੇ ਆਪੋ ਆਪਣੀ ਵੋਟ ਜ਼ਰੂਰ ਪਾਉਣ। ਔਰ ਜਿਵੇਂ ਇਹਨਾਂ ਨੇ ਦੱਸਿਆ ਕਿ change.org ਦੇ ਉੱਤੇ ਜਦੋਂ ਲੋਕੀ ਪਟੀਸ਼ਨ ਸਾਈਨ ਕਰਨ ਜਾਂਦੇ ਤਾਂ ਉੱਥੇ ਪੈਸੇ ਮੰਗੇ ਜਾਂਦੇ ਆ। ਬਿਲਕੁਲ ਉੱਥੇ ਨਾ ਜਾਓ। ਸੋ ਉੱਥੇ ਦੀ ਬਜਾਏ ਤੁਸੀਂ ਸਿੱਧੀ ਆਪਣੀ ਪਟੀਸ਼ਨ ਪਟੀਸ਼ਨ ਪਾਓ। ਜਿਹੜੀ ਪਟੀਸ਼ਨ ਮੈਂ ਕਈ ਵਾਰੀ ਇਹਨਾਂ ਨੂੰ ਦੱਸਿਆ ਵੀ ਸਕਰੀਨ ਦੇ ਉੱਤੇ ਸਾਹਮਣੇ ਆ ਰਹੀ ਹੈ, ਹੁਣ ਵੀ ਆ ਰਹੀ ਹੈ ਤੇ ਸਾਡੀਆਂ ਸ਼ੋਭਿਛਾਵਾਂ ਹਰਜੀਪਾਲ ਸਿੰਘ ਉਹਨਾਂ ਨੇ ਪਹਿਲਾਂ ਵੀ ਅਮਰੀਕਾ ਦੇ ਜਿੰਨੇ ਮਿਲੀਅਨ ਤੋਂ ਵੱਧ ਡਰਾਈਵਰ ਨੇ ਉਹਨਾਂ ਨੂੰ ਹੱਕ ਲੈ ਕੇ ਦਿੱਤਾ, ਤੇ ਅੱਜ ਦੁਨੀਆ ਭਰ ਦੇ ਵਿੱਚ ਮੂਵਮੈਂਟ ਜਿਹੜੀ ਖੜੀ ਕੀਤੀ ਹੈ, ਇਹਦੇ ਵਾਸਤੇ ਉਮੀਦ ਹੈ ਪੰਜਾਬੀਆਂ ਨੂੰ ਨਹੀਂ ਬਲਕਿ ਭਾਰਤ ਦੇ ਹਰ ਕਿਸਾਨ ਨੂੰ ਹੱਕ ਲੈ ਕੇ ਦੇਣਗੇ, ਜਿੱਤਣਗੇ। ਤੇ ਜਿਹੜੀ 1 ਲੱਖ ਦੀ ਗੱਲ ਹੈ, ਮੈਨੂੰ ਇਸ ਗੱਲ ਦਾ ਤੁਹਾਡੇ ਤੇ ਮਾਣ ਹੈ, ਆਪਣੇ ਇਸ ਮੰਚ ਤੇ ਮਾਣ ਹੈ ਕਿ ਇਸ ਮੰਚ ਦੇ ਉੱਤੇ ਇਸ ਪ੍ਰੋਗਰਾਮ ਦੇ ਰਾਹੀਂ 1,30,000 ਘੰਟਿਆਂ ਦੇ ਵਿੱਚ ਪਟੀਸ਼ਨ ਸਾਈਨ ਹੋਏਗੀ। ਮੈਨੂੰ ਇਸ ਗੱਲ ਦਾ ਦਾਅਵਾ ਹੈ ਤੇ ਉਮੀਦ ਕਰਦਾ ਕਿ ਤੁਸੀਂ ਇਹਦੇ ਵਿੱਚ ਪੂਰਾ ਸਾਥ ਦਿਓਗੇ। ਤੇ ਬਹੁਤ ਵਧੀਆ ਰਿਹਾ ਅੱਜ ਦੀ ਗੱਲਬਾਤ ਕਰਕੇ। ਸਪੈਸ਼ਲ ਪ੍ਰੋਗਰਾਮ ਸੀ, ਸਪੈਸ਼ਲ ਗੱਲਬਾਤ ਸੀ, ਤੇ ਉਚੇਚੇ ਤੌਰ ਦੇ ਉੱਤੇ ਜੇ ਆਪਾਂ ਇਹਨੂੰ ਕਹੀਏ ਕਿ ਅਮਰੀਕਾ ਵਾਲਿਆਂ ਨੇ ਦਿੱਲੀ ਨੂੰ ਹਿਲਾ ਕੇ ਰੱਖਤਾ। ਬਿਲਕੁਲ ਜੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਫਿਰ ਅਸੀਂ ਹੋਰ ਗੱਲਬਾਤ ਕਰਾਂਗੇ। ਥੈਂਕ ਯੂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਾਡੇ ਨਾਲ ਹਰਜੀਪਾਲ ਸਿੰਘ ਹੁਣਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ 30 ਦਿਨਾਂ ਦੇ ਵਿੱਚ 1 ਲੱਖ ਪਟੀਸ਼ਨ ਸਾਈਨ ਹੋਣੀ ਚਾਹੀਦੀ ਆ। ਤੇ ਪਰ ਮੈਨੂੰ ਮਾਣ ਆ ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਦੇ ਉੱਤੇ, ਪੂਰੀ ਦੁਨੀਆ ਦੇ ਵਿੱਚ ਜਿੱਥੇ ਤੱਕ ਵੀ ਆਵਾਜ਼ ਸਾਡੀ ਜਾਂਦੀ ਆ, 30 ਦਿਨ ਤੇ ਬਹੁਤ ਦੂਰ ਆ। ਆਓ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ 30 ਘੰਟਿਆਂ ਦੇ ਵਿੱਚ ਹੀ 1 ਲੱਖ ਸਾਈਨ ਕਰ ਦਈਏ, ਤਾਂ ਕਿ ਅਸੀਂ ਭਾਰਤ ਦੇ ਉਹਨਾਂ ਲੋਕਾਂ ਦਾ, ਉਹਨਾਂ ਲੀਡਰਾਂ ਦਾ ਸੱਚ ਸਾਹਮਣੇ ਲਿਆ ਸਕੀਏ ਜਿਹੜੇ WHO ਤੋਂ ਮੋਟੀਆਂ ਰਕਮਾਂ ਖਾਂਦੇ ਨੇ ਕਿ ਅਸੀਂ ਕਰੋਨਾ ਵਾਇਰਸ ਦੇ ਕਰਕੇ ਲੋਕਾਂ ਦੀ ਮਦਦ ਕਰ ਰਹੇ ਹਾਂ, ਤੇ ਦੂਜੇ ਪਾਸੇ ਦੇਸ਼ ਦੇ ਅੰਨਦਾਤਾ ਇਸ ਵਕਤ ਸੜਕਾਂ ਤੇ ਸੰਘਰਸ਼ ਕਰ ਰਹੇ ਨੇ। ਉਹਨਾਂ ਦੀ ਕੀ ਹਾਲਤ ਹੋ ਰਹੀ ਹੈ ਸਾਡੇ ਸਾਹਮਣੇ ਆ। ਸੋ ਪਹਿਲਾਂ ਵੀ ਹਮੇਸ਼ਾ ਬਾਹਰਲੇ ਮੁਲਕਾਂ ਤੋਂ ਇਹੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਸਾਡਾ ਪੂਰਾ ਮੁਲਕ, ਸਾਡਾ ਪੰਜਾਬ, ਸਾਡੇ ਆਪਣੇ ਪਰਿਵਾਰ, ਕਿਸਾਨ ਦੇਸ਼ ਦੇ ਜਿਸ ਵੀ ਕੋਨੇ 'ਚ ਆ, ਹਮੇਸ਼ਾ ਹੱਸਦੇ ਵਸਦੇ ਰਹਿਣ। ਆਓ ਰਲ ਕੇ ਅਸੀਂ ਇਸ ਜਿਹੜੀ ਪਟੀਸ਼ਨ ਹੈ ਇਹਦੇ ਤੇ ਸਾਈਨ ਕਰੀਏ। ਤੇ ਇਸ ਦੀ ਜਿਹੜੀ ਮੇਰੇ ਤੁਹਾਡੇ ਨਾਲ ਜਾਣ ਤੋਂ ਪਹਿਲਾਂ ਅਸੀਂ ਇੱਕ ਵਾਰੀ ਫਿਰ ਇਹ ਦਿਖਾਵਾਂਗੇ ਤੁਹਾਨੂੰ ਸਕਰੀਨ ਦੇ ਉੱਤੇ, ਤਾਂ ਕਿ ਤੁਸੀਂ ਇਸ ਪਟੀਸ਼ਨ ਤੇ ਜਾ ਕੇ ਆਪਣੇ ਸਾਈਨ ਕਰ ਸਕੋ। ਸੋ 30 ਦਿਨ ਦੇ ਵਿੱਚ 1 ਲੱਖ ਨਹੀਂ, ਆਓ ਅਸੀਂ ਕੋਸ਼ਿਸ਼ ਕਰੀਏ 30 ਘੰਟਿਆਂ ਦੇ ਵਿੱਚ 1 ਲੱਖ ਸਾਈਨ ਕਰਕੇ ਅਸੀਂ ਯੂਨਾਈਟਿਡ ਨੇਸ਼ਨ ਨੂੰ ਸਾਬਤ ਕਰ ਦਈਏ ਕਿ ਅਸੀਂ ਉਹਨਾਂ ਕਿਸਾਨਾਂ ਦੇ ਨਾਲ ਮੋਰਚਿਆਂ 'ਚ ਖੜੇ ਹਾਂ। ਬੇਸ਼ੱਕ ਅਸੀਂ ਬਗਾਨੇ ਮੁਲਕਾਂ 'ਚ ਬੈਠੇ ਹਾਂ, ਅਸੀਂ ਦੇਸ਼ ਤੋਂ ਦੂਰ ਬੈਠੇ ਹਾਂ, ਪਰ ਅੱਜ ਵੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਸੋ ਕਿਸੇ ਵੀ ਮੁਲਕ 'ਚ ਤੁਸੀਂ ਰਹਿੰਦੇ ਹੋ, ਕਿਸੇ ਵੀ ਦੇਸ਼ 'ਚ ਰਹਿੰਦੇ ਹੋ, ਤੁਸੀਂ ਅੱਜ ਆਪਣੇ ਜ਼ਮੀਰ ਨੂੰ ਇੱਕ ਵਾਰ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਤੁਹਾਡੀ ਅੱਜ ਲੋੜ ਆ ਕਿਸਾਨਾਂ ਨੂੰ। ਸੋ ਇਸ ਪਟੀਸ਼ਨ ਤੇ ਸਾਈਨ ਜ਼ਰੂਰ ਕਰਿਓ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਕੱਲ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਸਾਰਿਆਂ ਨੂੰ ਹੀ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ।